ਭਗਦੀਆਂ ਖਬਰਾਂ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਹਰਪ੍ਰੀਤ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਅੱਜ ਮੇਰਾ ਸਾਥ ਦੇ ਰਹੇ ਨੇ ਚੰਡੀਗੜ੍ਹ ਤੋਂ ਸੀਪੀ ਸਿੰਘ ਜੀ, ਮੋਹਾਲੀ ਤੋਂ ਸਬਦੀਸ਼ ਜੀ ਅਤੇ ਜਲੰਧਰ ਤੋਂ ਦਿਲਰਾਜ ਸਿੰਘ ਜੀ। ਤੁਹਾਡੇ ਸਭ ਦਾ ਸ਼ੋਅ ਦੇ ਵਿੱਚ ਸਵਾਗਤ ਹੈ। ਥੈਂਕ ਯੂ ਜੀ। ਗੱਲਬਾਤ ਸ਼ੁਰੂ ਕਰਾਂਗੇ ਇੱਕ ਬੜੇ ਹੀ ਇੰਪੋਰਟੈਂਟ ਸੁਪਰੀਮ ਕੋਰਟ ਦੇ ਫੈਸਲੇ ਤੋਂ। ਕੱਲ ਇੰਡੀਆ ਦੇ ਸਮੇਂ ਦੇ ਮੁਤਾਬਿਕ ਕੱਲ ਸੁਪਰੀਮ ਕੋਰਟ ਨੇ ਇੱਕ ਬੜਾ ਹੀ ਇੰਪੋਰਟੈਂਟ ਫੈਸਲਾ ਦਿੱਤਾ ਜੋ ਕਿ ਆਉਣ ਵਾਲੀਆਂ ਪੰਜਾਬ ਯੂਪੀ ਅਤੇ ਇਲੈਕਸ਼ਨਾਂ ਤੇ ਕਾਫੀ ਵੱਡਾ ਅਸਰ ਪਾ ਸਕਦਾ ਵਾ। ਸੁਪਰੀਮ ਕੋਰਟ ਦੇ ਇਸ ਫੈਸਲੇ ਦੇ ਮੁਤਾਬਿਕ ਵੋਟਾਂ ਮੰਗਣਾ ਧਰਮ ਦੇ ਨਾਂ ਤੇ, ਜਾਤੀ ਦੇ ਨਾਂ ਤੇ, ਰੰਗ ਦੇ ਨਾਂ ਤੇ, ਭਾਸ਼ਾ ਦੇ ਨਾਂ ਤੇ ਜਾਂ ਕਿ ਸਮੁਦਾਇ ਦੇ ਨਾਂ ਤੇ, ਸੰਪਰਦਾ ਦੇ ਨਾਂ ਤੇ ਇਲੀਗਲ ਆ ਜਾਂ ਗਲਤ ਆ। ਲਗਭਗ ਹਰ ਬੰਦੇ ਨੇ ਜਾਂ ਹਰ ਪੋਲੀਟੀਕਲ ਪਾਰਟੀ ਨੇ ਸੁਪਰੀਮ ਕੋਰਟ ਦੇ ਇਸ ਫੈਸਲੇ ਦਾ ਸਵਾਗਤ ਕੀਤਾ ਵਾ। ਜੇ ਥੋੜੀ ਜਿਹੀ ਨਿਗਾਹ ਮਾਰੀ ਹੈ ਇਸ ਕੇਸ ਦੇ ਉੱਤੇ ਤੇ 1990 ਵਿੱਚ ਸ਼ਿਵ ਸੈਨਾ ਦੇ ਐਮਐਲਏ ਦੀ ਟਿਕਟ ਖਾਰਿਜ ਹੋਈ ਸੀ ਜਾਂ ਇਲੈਕਸ਼ਨ ਖਾਰਿਜ ਹੋਈ ਸੀ ਕਿਉਂਕਿ ਕਿਤੇ ਨਾ ਕਿਤੇ ਉਹਨਾਂ ਦੇ ਖਿਲਾਫ ਜੋ ਕੰਪਲੇਂਟ ਸੀ ਕਿ ਧਰਮ ਦੇ ਨਾਂ ਤੇ ਵੋਟਾਂ ਮੰਗੀਆਂ ਗਈਆਂ ਨੇ, ਪਰ ਹਾਈ ਕੋਰਟ ਤੋਂ ਉਹਨਾਂ ਨੂੰ ਛੂਟ ਮਿਲ ਗਈ ਕਿਉਂਕਿ ਹਾਈ ਕੋਰਟ ਦਾ ਇਹ ਫੈਸਲਾ ਸੀ ਕਿ ਹਿੰਦੂ ਧਰਮ ਜਾਂ ਹਿੰਦੂਤਵ ਦੇ ਨਾਂ ਤੇ ਵੋਟਾਂ ਮੰਗਣਾ ਗਲਤ ਨਹੀਂ ਹੈ ਕਿਉਂਕਿ ਹਿੰਦੂਇਜ਼ਮ ਕੋਈ ਧਰਮ ਨਹੀਂ ਆ, ਜ਼ਿੰਦਗੀ ਜੀਣ ਦਾ ਇੱਕ ਤਰੀਕਾ ਵਾ। ਇੱਕ ਬੜਾ ਹੀ ਕੰਟਰੋਵਰਸ਼ੀਅਲ ਇੱਕ ਇੰਪੋਰਟੈਂਟ ਫੈਸਲਾ ਸੀ ਇਹ। ਉਸ ਫੈਸਲੇ ਤੋਂ ਚੱਲੀ ਇਹ ਲੜਾਈ। ਕੱਲ ਸੁਪਰੀਮ ਕੋਰਟ ਦਾ ਫੈਸਲਾ, ਸੁਪਰੀਮ ਕੋਰਟ ਨੇ ਹਾਈ ਕੋਰਟ ਦੇ ਉਸ ਫੈਸਲੇ ਉੱਤੇ ਤੇ ਕਮੈਂਟ ਨਹੀਂ ਕੀਤਾ, ਪਰ ਇਸ ਫੈਸਲੇ ਨੂੰ ਦੇਖ ਕੇ ਆਪਣੀਆਂ ਸੁਪਰੀਮ ਕੋਰਟ ਦਾ ਜੋ ਇੱਕ ਨਿਰਪੱਖ ਇਲੈਕਸ਼ਨ ਕਰਾਉਣ ਦਾ ਇੱਛਾ ਵਾ ਉਹ ਜ਼ਰੂਰ ਜ਼ਾਹਿਰ ਕਰਤੀ ਆ। ਬਾਕੀ ਦਾਰੋਮਦਾਰ ਇਲੈਕਸ਼ਨ ਕਮਿਸ਼ਨ ਜਾਂ ਫਿਰ ਇਲੈਕਸ਼ਨ ਦੇ ਹੋਰ ਲੋਕ ਜੋ ਇਸ ਲਾਅ ਨੂੰ ਇੰਪਲੀਮੈਂਟ ਕਰਨ ਵਿੱਚ ਕੋਸ਼ਿਸ਼ ਕਰਨਗੇ ਤੇ ਸ਼ਾਇਦ ਨਿਰਪੱਖ ਇਲੈਕਸ਼ਨ ਬਿਨਾਂ ਕਿ ਧਰਮ, ਜਾਤੀ, ਭਾਸ਼ਾ ਦੇ ਨਾਂ ਤੇ ਭੇਦਭਾਵ ਕਰਕੇ ਇਲੈਕਸ਼ਨ ਹੋ ਸਕੇ। ਗੱਲਬਾਤ ਅੱਗੇ ਲਿਜਾਣ ਤੋਂ ਪਹਿਲਾਂ ਮੈਂ ਸੀਪੀ ਸਿੰਘ ਜੀ ਨੂੰ ਜ਼ਰੂਰ ਚਾਹੂੰਗਾ ਜੇ ਉਹ ਇਸ ਫੈਸਲੇ ਉੱਤੇ ਕਮੈਂਟ ਕਰਨਾ ਚਾਹਣ। ਬਿਲਕੁਲ ਹਰਪ੍ਰੀਤ ਜੀ, ਦੇਖੋ ਜਿਹੜਾ ਸਾਰਾ ਪੂਰਾ ਇਲੈਕਸ਼ਨ ਦਾ ਸਿਸਟਮ ਹੁੰਦਾ ਹੈ ਇਹ ਸੈਕੂਲਰ ਐਕਸਰਸਾਈਜ਼ ਹੁੰਦੀ ਹੈ। ਇਹਦੇ ਵਿੱਚ ਅਸੀਂ ਉਸਦੇ ਪ੍ਰੋਸੈਸ ਔਰ ਉਸਦੇ ਵੇਜ਼ ਜਿਹੜੇ ਉਹ ਫੋਲੋ ਕਰਦੇ ਹਾਂ। ਜਿਹੜਾ ਧਰਮ ਨੂੰ ਮੰਨਣਾ ਇੱਕ ਆਦਮੀ ਦੀ ਆਪਣੀ ਪਰਸਨਲ ਆਈ ਥਿੰਕ ਸੋਚ ਹੁੰਦੀ ਹੈ ਕਿ ਉਹ ਕਿਸ ਧਰਮ ਦੇ ਉੱਪਰ ਜਾਂਦਾ ਹੈ, ਲੇਕਿਨ ਅਸੀਂ ਜੇ ਉਸ ਚੀਜ਼ ਨੂੰ ਵੋਟਾਂ ਦੇ ਵਿੱਚ ਇਲੈਕਟੋਰਲ ਦੇ ਵਿੱਚ ਹਾਵੀ ਕਰ ਦਾਂਗੇ ਆਪਣੇ ਕਾਸਟਿਜ਼ਮ ਨੂੰ, ਰਿਲੀਜਨ ਨੂੰ, ਤਾਂ ਉਹ ਚੀਜ਼ ਜਿਹੜੀ ਹੈ ਉਹ ਟਰੂ ਹੋ ਕੇ ਨਹੀਂ ਰਹਿ ਜਾਂਦੀ ਕਿਉਂਕਿ ਜਿਹੜਾ ਰਿਲੇਸ਼ਨਸ਼ਿਪ ਹੈ ਉਹ ਇੱਕ ਹਿਊਮਨ ਬੀਇੰਗ ਦਾ ਗੋਡ ਨਾਲ ਇੱਕ ਪਰਸਨਲ ਔਰ ਇੰਡੀਵਿਜੂਅਲ ਚੋਇਸ ਹੈ, ਉਸਨੂੰ ਅਸੀਂ ਕਿਸੇ ਤੇ ਥੋਪ ਨਹੀਂ ਸਕਦੇ। ਇਸੇ ਕਰਕੇ ਸੁਪਰੀਮ ਕੋਰਟ ਦਾ ਜਿਹੜਾ ਕੱਲ ਮੈਂ ਤਾਂ ਇਹਨੂੰ ਇਤਿਹਾਸਿਕ ਫੈਸਲਾ ਹੀ ਕਹੂੰਗਾ ਕਿਉਂਕਿ ਪਹਿਲਾਂ ਜਦੋਂ ਵੀ ਇਲੈਕਸ਼ਨ ਦੀ ਕੈਂਪੇਨਿੰਗ ਹੁੰਦੀ ਹੈ ਜਾਂ ਇਲੈਕਸ਼ਨ ਦਾ ਅਸੀਂ ਪ੍ਰੋਸੈਸ ਸਟਾਰਟ ਕਰਦੇ ਹਾਂ, ਅਸੀਂ ਧਰਮ ਨੂੰ ਰਾਜਨੀਤੀ ਦੇ ਵਿੱਚ ਔਰ ਕਾਸਟਿਜ਼ਮ ਨੂੰ ਰਾਜਨੀਤੀ ਦੇ ਵਿੱਚ ਇਨਵੋਲਵ ਕਰਕੇ ਉਸ ਚੀਜ਼ ਨੂੰ ਕਰਦੇ ਹਾਂ, ਲੇਕਿਨ ਉਹ ਚੀਜ਼ ਬਹੁਤ ਮੰਦਭਾਗੀ ਸੀ ਇੰਡੀਆ ਵਾਸਤੇ। ਸੁਪਰੀਮ ਕੋਰਟ ਦਾ ਕੱਲ ਫੈਸਲਾ ਬਹੁਤ ਵਧੀਆ ਰਿਹਾ ਹੈ ਕਿਉਂਕਿ ਜਦੋਂ ਉਸਨੇ ਇਹ ਅਨਾਉਂਸ ਕੀਤਾ ਕਿ ਕੋਈ ਵੀ ਇਲੈਕਸ਼ਨ ਪ੍ਰੋਸੈਸ ਦੇ ਵਿੱਚ ਧਰਮ, ਕਾਸਟਿਜ਼ਮ ਜਾਂ ਹੋਰ ਜਿਹੜੇ ਇਦਾਂ ਦੇ ਪਰਸਨਲ ਚੋਇਸ ਵਾਲੇ ਮੁੱਦੇ ਨੇ ਉਸ ਨੂੰ ਇਨਵੋਲਵ ਨਹੀਂ ਕਰੇਗੀ ਕੋਈ ਵੀ ਪਾਰਟੀ, ਤਾਂ ਉਸ ਚੀਜ਼ ਨੂੰ ਮੈਂ ਵੈਲਕਮ ਕਹੂੰਗਾ ਕਿਉਂਕਿ ਇਹ ਇੱਕ ਏਦਾਂ ਦਾ ਸਟੈਪ ਹੈ ਜਿਹਦੇ ਵਿੱਚ ਸਾਨੂੰ ਟਰੂ ਜਿਹੜਾ ਇਲੈਕਟੋਰਲ ਮਿਲੇਗਾ ਔਰ ਸਾਡੀ ਜਿਹੜੀ ਡਿਵੈਲਪਮੈਂਟ ਹੈ ਕੰਟਰੀ ਦੀ ਉਸ ਦੇ ਵਿੱਚ ਕਾਫੀ ਹੈਲਪਫੁਲ ਹੋਏਗਾ। 7 ਜੱਜਾਂ ਦੀ ਇਸ ਬੈਂਚ ਵਿੱਚੋਂ 4 ਜੱਜਾਂ ਦਾ ਫੈਸਲਾ ਜੋ ਅਸੀਂ ਤੁਹਾਨੂੰ ਹੁਣ ਸੁਣਾਇਆ ਵਾ ਲਗਭਗ ਉਹ ਸੀ। 3 ਜੱਜਾਂ ਦੀ ਥੋੜੀ ਜਿਹੀ ਡਿਫਰੈਂਟ ਰਾਏ ਸੀ, ਉੱਤੇ ਵੀ ਨਿਗਾਹ ਮਾਰਾਂਗੇ। ਹੁਣ ਥੋੜਾ ਜਿਹਾ ਮੈਂ ਇੰਡੀਅਨ ਕਾਨੂੰਨ ਤੇ ਇੰਡੀਅਨ ਲਾਅ ਤੇ ਜ਼ਰੂਰ ਨਿਗਾਹ ਮਾਰਨਾ ਚਾਹੁੰਦਾ ਵਾਂ। ਕਾਫੀ ਲੋਕਾਂ ਨੇ ਇਸ ਫੈਸਲੇ ਦਾ ਸਵਾਗਤ ਕੀਤਾ ਤੇ ਇਵਨ ਕਿ ਪੋਲੀਟੀਕਲ ਪਾਰਟੀਆਂ ਨੇ ਵੀ ਇਸ ਫੈਸਲੇ ਦਾ ਸਵਾਗਤ ਕੀਤਾ, ਪਰ ਕੁਝ ਲੋਕਾਂ ਨੇ ਸਵਾਲ ਉਠਾਏ ਇੰਪਲੀਮੈਂਟੇਸ਼ਨ ਉੱਤੇ ਕਿ ਇਦਾਂ ਦੇ ਕਾਨੂੰਨ ਨੂੰ ਕੀ ਇਲੈਕਸ਼ਨ ਕਮਿਸ਼ਨ ਨੂੰ ਇੰਪਲੀਮੈਂਟ ਕਰਨ ਵਿੱਚ ਕਾਮਯਾਬ ਹੋਊਗਾ। ਥੋੜਾ ਜਿਹਾ ਮੈਂ ਵਾਪਸ ਜਾਣਾ ਚਾਹੁੰਦਾ ਵਾਂ, ਸੁਪਰੀਮ ਕੋਰਟ ਨੇ ਕਿਹੜੇ ਲਾਅ ਦੇ ਅੰਤਰਗਤ ਇਹ ਫੈਸਲਾ ਦਿੱਤਾ। ਸੈਕਸ਼ਨ 123 ਰਿਪਰੈਜ਼ੈਂਟੇਸ਼ਨ ਆਫ ਪੀਪਲ ਐਕਟ 1951, ਹਾਂਜੀ 1951 ਦਾ ਇਹ ਐਕਟ ਬਣਿਆ ਹੋਇਆ ਵਾ ਜਿਹਦਾ ਕਿ ਸੈਕਸ਼ਨ 3 ਵਿੱਚ ਆਲਰੇਡੀ ਜੋ ਅੱਜ ਅਸੀਂ ਗੱਲ ਕਰ ਰਹੇ ਹਾਂ, ਜੋ ਸੁਪਰੀਮ ਕੋਰਟ ਦਾ ਕੱਲ ਫੈਸਲਾ ਆਇਆ ਵਾ, ਇਹ ਲਿਖਿਆ ਹੋਇਆ ਵਾ ਕਿ ਧਰਮ, ਜਾਤੀ, ਭਾਸ਼ਾ ਇਹਨਾਂ ਦੇ ਆਧਾਰ ਤੇ ਵੋਟਾਂ ਮੰਗਣਾ ਗਲਤ ਆ। ਮੈਂ ਇੱਕ ਵਾਰ ਫਿਰ ਤੋਂ ਦੱਸਦਾ, ਮੈਂ ਇੱਕ ਵਾਰ ਦਰਸ਼ਕਾਂ ਨੂੰ ਕਲੀਅਰ ਕਰ ਦੇਣਾ ਚਾਹੁੰਦਾ,
ਜੋ ਲਾਅ ਬਣਿਆ ਹੋਇਆ ਵਾ 1951 ਦਾ ਵਾ 1951 ਤੋਂ ਲੈ ਕੇ 2016 ਤੱਕ ਤੇ ਇਹ ਚੀਜ਼ ਇੰਪਲੀਮੈਂਟ ਨਹੀਂ ਹੋ ਪਾਈ। ਪਰ ਜੇ ਹੁਣ ਸੁਪਰੀਮ ਕੋਰਟ ਨੇ ਇੱਕ ਵਾਰ ਫਿਰ ਤੋਂ 2016 ਵਿੱਚ ਇਸ ਫੈਸਲੇ ਦਾ ਹਵਾਲਾ ਦੇ ਕੇ ਧਰਮ ਦੇ ਨਾਂ ਤੇ ਵੋਟਾਂ ਮੰਗਣ ਵਾਲਿਆਂ ਨੂੰ ਚੇਤਾਵਨੀ ਦਿੱਤੀ ਹੈ ਕਿ ਇਹਦਾ ਅਸਰ ਆਉਣ ਵਾਲੀ ਪੰਜਾਬ ਅਤੇ ਯੂਪੀ ਦੀ ਇਲੈਕਸ਼ਨਾਂ ਤੇ ਹੋਊਗਾ। ਦਿਲਰਾਜ ਜੀ ਐਂਡ ਸਬਦੀਸ਼ ਜੀ। ਦਿਲਰਾਜ ਜੀ ਐਂਡ ਸਬਦੀਸ਼ ਜੀ। ਹਾਂਜੀ ਹਰਪ੍ਰੀਤ ਜੀ, ਗੱਲ ਇਹ ਹੈ ਕਿ ਫੈਸਲਾ ਆਪਣੇ ਆਪ ਦੇ ਵਿੱਚ ਕੋਈ ਨਵਾਂ ਨਹੀਂ ਹੈ। ਸੁਪਰੀਮ ਕੋਰਟ ਨੇ ਪਹਿਲੀ ਵਾਰ ਕੋਈ ਵਿਆਖਿਆ ਨਹੀਂ ਕੀਤੀ। ਸਵਾਲ ਸਿਰਫ ਇਹ ਹੈ ਕਿ ਹੁਣ ਤੱਕ ਜਿਹੜੀ ਵਿਆਖਿਆ ਹੁੰਦੀ ਰਹੀ ਹੈ ਉਹਦੇ ਅਰਥ ਇਹ ਲੈ ਜਾਂਦੇ ਰਹੇ ਨੇ ਕਿ ਜੇ ਕੋਈ ਉਮੀਦਵਾਰ ਧਰਮ ਦੇ ਨਾਂ ਤੇ ਜਾਤ ਦੇ ਨਾਂ ਤੇ ਵੋਟ ਮੰਗੇਗਾ ਤੇ ਉਹਦੇ ਖਿਲਾਫ ਕਾਰਵਾਈ ਹੋਏਗੀ। ਪਰ ਜੇ ਕੋਈ ਉਮੀਦਵਾਰ ਇਸ ਤਰ੍ਹਾਂ ਦੀ ਦਲੀਲ ਦੇਵੇਗਾ ਕਿ ਮੈਂ ਨਹੀਂ ਗੱਲ ਕੀਤੀ, ਮੇਰੇ ਕਿਸੇ ਸਮਰਥਕ ਨੇ ਗੱਲ ਕੀਤੀ ਆ, ਤਾਂ ਉਹਨੂੰ ਵਿੱਚ ਨਹੀਂ ਗਿਣਿਆ ਜਾਏਗਾ। ਹੁਣ ਸੁਪਰੀਮ ਕੋਰਟ ਨੇ ਇਹ ਗੱਲ ਬਿਲਕੁਲ ਸਾਫ਼ ਕਰ ਦਿੱਤੀ ਹੈ ਕਿ ਜੇ ਕੋਈ ਉਮੀਦਵਾਰ ਦਾ ਸਮਰਥਕ ਵੀ ਇਸ ਗੱਲ ਦੀ ਅਪੀਲ ਕਰਦਾ ਧਰਮ ਦੇ ਨਾਂ ਦੇ ਉੱਤੇ, ਜੇ ਉਹਦਾ ਪੋਲ ਏਜੰਟ ਵੀ ਅਪੀਲ ਕਰਦਾ ਧਰਮ ਦੇ ਨਾਂ ਦੇ ਉੱਤੇ, ਤਾਂ ਉਹ ਕਾਰਵਾਈ ਦੇ ਅਧੀਨ ਆਏਗਾ। ਦੂਜੀ ਗੱਲ ਜਿਹੜੀ ਵਾਰ-ਵਾਰ ਪਿਛਲੇ 20 ਸਾਲਾਂ ਤੋਂ ਭਾਰਤੀ ਜਨਤਾ ਪਾਰਟੀ ਤੇ ਹਿੰਦੂਤਵਵਾਦੀ ਜਥੇਬੰਦੀਆਂ ਇਸਤੇਮਾਲ ਕਰਦੀਆਂ ਰਹੀਆਂ ਕਿ ਹਿੰਦੂਤਵ ਇੱਕ ਜੀਵਨ ਜਾਂਚ ਹੈ। ਜੇ ਹਿੰਦੂਤਵ ਜੀਵਨ ਜਾਂਚ ਹੈ ਤਾਂ ਫਿਰ ਸਵਾਲ ਇਹ ਵੀ ਪੈਦਾ ਹੋਏਗਾ ਜਾਂ ਹੋਣਾ ਚਾਹੀਦਾ ਕਿ ਫਿਰ ਸਿੱਖੀਜ਼ਮ ਜੀਵਨ ਜਾਂਚ ਕਿਉਂ ਨਹੀਂ, ਇਸਲਾਮ ਜੀਵਨ ਜਾਂਚ ਕਿਉਂ ਨਹੀਂ। ਇਸ ਕਰਕੇ ਸੁਪਰੀਮ ਕੋਰਟ ਨੇ ਪਹਿਲੇ ਫੈਸਲੇ ਨੂੰ ਹਿੰਦੂਤਵ ਵਾਲੇ ਨੂੰ ਪਲਟਾਇਆ, ਬੇਸ਼ੱਕ ਨਾ ਹੋਵੇ ਪਰ ਇੱਕ ਤਰੀਕੇ ਦੇ ਨਾਲ ਉਸ ਫੈਸਲੇ ਨੂੰ ਉਹਨੇ ਇੱਕ ਤਰ੍ਹਾਂ ਨਾਲ ਕਹਿ ਲਓ ਉਹਦੇ ਚ ਇੱਕ ਵੱਢ ਜ਼ਰੂਰ ਮਾਰ ਦਿੱਤਾ ਕਿ ਉਹ ਫੈਸਲਾ ਜਸਟੀਫਾਈਡ ਨਹੀਂ ਹੈ। ਸੁਪਰੀਮ ਕੋਰਟ ਨੇ ਉਹਨੂੰ ਰੱਦ ਕੀਤੇ ਬਿਨਾਂ ਜਿਹੜੀ ਨਵੀਂ ਵਿਆਖਿਆ ਕੀਤੀ ਉਹ ਬਹੁਤ ਜ਼ਿਆਦਾ ਖਮੀਰ ਹੈ। ਭਾਰਤੀ ਸੰਵਿਧਾਨ ਮੁਤਾਬਕ ਤਾਂ ਇਹ ਚੀਜ਼ ਕੋਈ ਨਵੀਂ ਨਹੀਂ ਹੈ। ਬਦਕਿਸਮਤੀ ਸਿਰਫ ਇਹ ਹੈ ਕਿ 1951 ਦੇ ਵਿੱਚ ਬਿਲਕੁਲ ਕਲੀਅਰ ਹੋਈ ਧਾਰਨਾ ਨੂੰ 2016 ਚ ਆ ਕੇ ਸੁਪਰੀਮ ਕੋਰਟ ਨੂੰ ਇੱਕ ਵਾਰ ਫਿਰ ਦੱਸਣਾ ਪੈਂਦਾ ਕਿ ਨਹੀਂ ਤੁਹਾਨੂੰ ਕਰਨਾ ਚਾਹੀਦਾ। ਇਹ ਆਪਣੇ ਆਪ ਦੇ ਵਿੱਚ ਦੇਸ਼ ਦੀ ਬਹੁਤ ਵੱਡੀ ਬਦਕਿਸਮਤੀ ਹੈ ਕਿ ਅਸੀਂ ਧਰਮ ਨਿਰਪੱਖਤਾ ਦੀ ਪ੍ਰਸਤਾਵਨਾ ਤਾਂ ਲਿਖ ਲੈਂਦੇ ਹਾਂ, ਧਰਮ ਨਿਰਪੱਖਤਾ ਨੂੰ ਆਪਣੇ ਸੰਵਿਧਾਨ ਵਿੱਚ ਸ਼ਾਮਲ ਤਾਂ ਕਰ ਲੈਂਦੇ ਹਾਂ, ਪਰ ਸਾਡੀ ਪ੍ਰੈਕਟਿਸ ਕਦੀ ਧਰਮ ਨਿਰਪੱਖ ਨਹੀਂ ਹੋ ਸਕੀ। ਅੱਜ ਵੀ ਕੁਝ ਲੋਕਾਂ ਨੂੰ ਇਹ ਗੱਲ ਲੱਗ ਸਕਦੀ ਹੈ ਕਿ ਧਰਮ ਦੇ ਨਾਂ ਕਿਵੇਂ ਰਾਜਨੀਤੀ ਚੱਲ ਸਕਦੀ ਹੈ। ਕੁਦਰਤੀ ਗੱਲ ਹੈ ਕਿ ਜਿਹੜੇ ਧਰਮ ਦੇ ਨਾਂ ਤੇ ਰਾਜਨੀਤੀ ਕਰਦੇ ਤਕਨੀਕੀ ਤੌਰ ਤੇ ਉਹਨਾਂ ਨੂੰ ਵੀ ਇਹ ਕਹਿਣਾ ਪਏਗਾ ਕਿ ਅਸੀਂ ਇਹਦੇ ਖਿਲਾਫ ਨਹੀਂ ਹਾਂ, ਕਿਉਂਕਿ ਭਾਰਤੀ ਸੰਵਿਧਾਨ ਮੁਤਾਬਕ ਚੋਣ ਲੜਨ ਵੇਲੇ ਤੁਹਾਨੂੰ ਧਰਮ ਨਿਰਪੱਖਤਾ ਜ਼ਰੂਰ ਅਖਵਾਉਣਾ ਪਏਗਾ। ਜਿਵੇਂ ਸ਼੍ਰੋਮਣੀ ਅਕਾਲੀ ਦਲ ਤੇ ਇਲਜ਼ਾਮ ਲੱਗਦੇ ਕਿ ਉਹ ਦੋ ਸੰਵਿਧਾਨ ਲਈ ਫਿਰਦਾ। ਦੋ ਸੰਵਿਧਾਨਾਂ ਦਾ ਅਰਥ ਇੱਥੇ ਇਹੀ ਹੈ ਕਿ ਉਹ ਸ਼੍ਰੋਮਣੀ ਕਮੇਟੀ ਦੇ ਚੋਣਾਂ 'ਚ ਸਿੱਧਾ ਧਾਰਮਿਕ ਹੋ ਜਾਂਦਾ ਤੇ ਜਦੋਂ ਦੂਜੀਆਂ ਚੋਣਾਂ ਲੜਦਾ ਉਦੋਂ ਧਰਮ ਨਿਰਪੱਖਤਾ ਦਾ ਬਾਣਾ ਪਾ ਲੈਂਦਾ। ਹਾਂਜੀ, ਸਵਾਲ ਇੱਥੇ ਇਹ ਵੀ ਉੱਠਦਾ ਜੀ ਜਿਹੜੇ ਹਿੰਦੂਤਵ ਦਾ ਜੋ ਕੇਸ ਚੱਲ ਰਿਹਾ ਸੀ, ਕਈ ਮੀਡੀਆ ਹਾਊਸਸ, ਕਈ ਜਰਨਲਿਸਟ, ਕਈ ਪੋਲੀਟੀਕਲ ਐਨਾਲਿਸਟ ਵੱਲੋਂ ਇਹ ਗੱਲਾਂ ਕੀਤੀਆਂ ਜਾ ਰਹੀਆਂ ਨੇ ਕਿ ਸੁਪਰੀਮ ਕੋਰਟ ਨੇ ਉਸ ਮੁੱਦੇ ਤੇ ਆਪਣਾ ਕਮੈਂਟ ਨਹੀਂ ਕੀਤਾ। ਪਰ ਸੁਪਰੀਮ ਕੋਰਟ ਦੇ ਇਸ ਫੈਸਲੇ ਤੋਂ ਬਾਅਦ ਕੀ ਉਸ ਮੁੱਦੇ ਤੇ ਕਮੈਂਟ ਕਰਨਾ ਜ਼ਰੂਰੀ ਬਚਦਾ ਵਾ? ਸਬਦੀਸ਼ ਜੀ। ਹਰਪ੍ਰੀਤ ਦੀ ਗੱਲ ਇਹ ਹੈ ਕਿ ਸੁਪਰੀਮ ਕੋਰਟ ਨੇ ਜਦੋਂ ਇਹ ਫੈਸਲਾ ਦਿੱਤਾ ਉਦੋਂ ਤੋਂ ਇਹਨੂੰ RSS ਤੇ ਭਾਰਤੀ ਜਨਤਾ ਪਾਰਟੀ ਵਾਲੇ ਲੋਕ ਇਸਤੇਮਾਲ ਕਰਦੇ ਰਹੇ ਨੇ। ਮੈਂ ਸਮਝਦਾ ਇਹ ਬਹੁਤ ਬਦਕਿਸਮਤੀ ਦੀ ਗੱਲ ਹੈ ਕਿ ਪਿਛਲੇ ਦਿਨੀ ਜਦੋਂ ਇਸ ਫੈਸਲੇ ਦੇ ਪ੍ਰਸੰਗ ਦੇ ਵਿੱਚ ਸੁਪਰੀਮ ਕੋਰਟ ਦੇ ਵਿੱਚ ਕਿਸੇ ਨੇ ਪਟੀਸ਼ਨ ਪਾਈ ਤਾਂ ਸੁਪਰੀਮ ਕੋਰਟ ਨੇ ਉਹਨੂੰ ਰੀਥਿੰਕ ਕਰਨ ਤੋਂ ਇਨਕਾਰ ਕਰ ਦਿੱਤਾ। ਸੁਪਰੀਮ ਕੋਰਟ ਨੂੰ ਨੇ ਇਨਕਾਰ ਕਿਉਂ ਕੀਤਾ ਕਿ ਇਸ ਬਹਿਸ 'ਚ ਨਹੀਂ ਪੈਂਦੇ, ਪਰ ਹੁਣ ਵਾਲੇ ਫੈਸਲੇ ਦੇ ਨਾਲ ਸੁਪਰੀਮ ਕੋਰਟ ਦਾ ਪਹਿਲਾ ਜਿਹੜਾ ਫੈਸਲਾ ਉਹ ਆਪਣੇ ਆਪ ਦੇ ਵਿੱਚ ਬਦਕਿਸਮਤੀ ਵਾਲਾ ਫੈਸਲਾ ਕਿਹਾ ਜਾਣਾ ਚਾਹੀਦਾ। ਔਰ ਇਹ ਗੱਲ ਮੰਨ ਕੇ ਚੱਲਣਾ ਚਾਹੀਦਾ ਸਾਨੂੰ ਕਿ ਸੁਪਰੀਮ ਕੋਰਟ ਦਾ ਜੱਜ ਵੀ ਬਿਲਕੁਲ ਇੱਕ ਆਮ ਬੰਦੇ ਵਾਂਗ ਬੰਦਾ ਹੀ ਹੁੰਦਾ, ਬੇਸ਼ੱਕ ਉਹ ਜੱਜਮੈਂਟ ਦੇਣ ਦੀ ਸਿਚੁਏਸ਼ਨ ਦੇ ਵਿੱਚ ਹੁੰਦਾ ਹੈ। ਹੁਣ ਜਿਹੜੀ ਜੱਜਮੈਂਟ ਆਈ ਉਹਦੇ 'ਚ ਬਹੁਤ ਕਲੀਅਰ ਆ ਕਿ ਧਰਮ ਬੰਦੇ ਦਾ ਬਿਲਕੁਲ ਵਿਅਕਤੀਗਤ ਮਾਮਲਾ ਵਾ, ਬੰਦੇ ਦੀ ਇੱਛਾ ਵਾ ਕਿ ਉਹ ਕਿਸ ਧਰਮ ਨੂੰ ਮੰਨਦਾ, ਪਰ ਕਿਸੇ ਨੂੰ ਕੋਈ ਹੱਕ ਨਹੀਂ ਕਿ ਉਹ ਦੂਸਰੇ ਦੇ ਧਰਮ 'ਚ ਦਖਲ ਦੇਵੇ। ਇਹ ਗੱਲਾਂ ਸਾਡੇ ਸੰਵਿਧਾਨ ਦੇ ਵਿੱਚ ਪਹਿਲਾਂ ਤੋਂ ਹੀ ਬਹੁਤ ਕਲੀਅਰ ਨੇ। ਸਵਾਲ ਸਿਰਫ ਇਹ ਵੀ ਹੈ ਕਿ ਸੁਪਰੀਮ ਕੋਰਟ ਦੇ ਪਹਿਲੇ ਜਿਹੜੇ ਫੈਸਲੇ ਨੇ, ਮੇਰਾ ਖਿਆਲ ਹੈ ਕਿ ਇਸ ਫੈਸਲੇ ਤੋਂ ਬਾਅਦ ਕੋਈ ਨਵੀਂ ਪਟੀਸ਼ਨ ਜ਼ਰੂਰ ਦਾਖਲ ਹੋਏਗੀ ਜਿਹਦੇ ਵਿੱਚ ਪੁਰਾਣੇ ਫੈਸਲੇ ਨੂੰ ਰੀਥਿੰਕ ਕਰਨ ਦੀ ਗੱਲ ਵੀ ਜ਼ਰੂਰ ਉੱਠ ਕੇ ਆਏਗੀ ਔਰ ਮੇਰੇ ਖਿਆਲ ਮੁਤਾਬਕ ਇਹ ਉੱਠਣੀ ਵੀ ਚਾਹੀਦੀ। ਸਵਾਲ ਹੋਰ ਕਈ ਵੀ ਉੱਠਦੇ ਨੇ, ਮੈਂ ਦਿਲਰਾਜ ਜੀ ਤੋਂ ਪਹਿਲਾਂ ਕਮੈਂਟ ਚਾਹੂੰਗਾ, ਉਸ ਤੋਂ ਬਾਅਦ ਗੱਲ ਨੂੰ ਅੱਗੇ ਵਧਾਵਾਂਗੇ।
ਦਿਲਰਾਜ ਜੀ शायद दिलराज जी दी ऑडियो लाइन च इशू आ। एक और इंपॉर्टेंट एस्पेक्ट मैं जरूर टच करना चाहूंगा जो सुप्रीम कोर्ट ने अपना फैसला सुनाया वा उत्ते खास तौर ते सुप्रीम कोर्ट कोलों एक गल पूछी गई सी जो मैं तुहानू एक्ट पढ़ के दस्सिया सी 1951 जो बनिया एक्ट मैं तुहानू पढ़ के दस्सिया सी ओदे विच ऑलरेडी ये लिखिया होया वा कि धर्म जाति भाषा समुदाय बरादरी या फिर रंग दे उत्ते रंग दे उत्ते वोटा मंगना गलत आ पर उस लॉ दे विच एक शब्द का इस्तेमाल किया सी हिज ओदा धर्म हुण इहदे विच सुप्रीम कोर्ट कोले पुछया गया सी किदा धर्म जिन्हों कि सुप्रीम कोर्ट दे 7 जजां दी डेस्क ने 4 जजां ने यह क्या वा चाहे वह कैंडीडेट होवे चाहे वह वोटर होवे चाहे कैंडीडेट वालों कोई एजेंट होवे किहदे भी धर्म दे नां ते जाति दे नां ते वोटा मंगना गलत होऊगा। 3 जजां ने अपनी गल नू जदों हिज नू कैंडीडेट जो कि उम्मीदवार आ ओदे धर्म नाल रिप्रेजेंट करन दी गल कीती आ पर क्योंकि जे 7 जजां दी बेंच विचों 4 जज एक पासे हो जान ते उस फैसले नू ही इंप्लीमेंट वो फैसला ही इंप्लीमेंट हुंदा वा। सीपी सिंह जी तुहाडे तो होना चाहूंगा सुप्रीम कोर्ट दा ये फैसला कि चाहे धर्म उम्मीदवार दा होवे चाहे वोटर दा होवे चाहे एजेंट दा होवे किहदे भी धर्म दे नां ते वोटा मंगना गलत होऊगा। ਤੁਸੀਂ 4 ਜੱਜਾਂ ਨਾਲ ਸਹਿਮਤ ਹੁੰਦੇ ਜੋ ਜਾਂ ਫਿਰ 3 ਜੱਜ ਜਿਨ੍ਹਾਂ ਨੇ ਕਿਹਾ ਸੀ ਕਿ ਹਿਸ ਦਾ ਮਤਲਬ ਉੱਥੇ ਕੈਂਡੀਡੇਟ ਦਾ ਧਰਮ ਆ ਉਹਦੇ ਨਾਲ ਸਹਿਮਤ ਹੁੰਦੇ ਜੋ ਨਹੀਂ ਹਰਪ੍ਰੀਤ ਜੀ ਦੇਖੋ ਪਹਿਲੀ ਗੱਲ ਤਾਂ ਆਪਾਂ ਇਹ ਦੇਖੀਏ ਕਿ 4/3 ਦੀ ਜਿਹੜੀ ਰੇਸ਼ੋ ਹੈ ਉਹ ਬੜੀ ਅਜੀਬ ਜੀ ਰੇਸ਼ੋ ਹੈ। ਇੱਥੇ ਇਹ ਐਨਾਲਾਈਜ਼ ਕਰਨਾ ਜ਼ਰੂਰੀ ਹੈ ਕਿ 3 ਜਿਹੜੇ ਨਹੀਂ ਮੰਨੇ ਔਰ 4 ਜਿਹੜੇ ਮੰਨ ਗਏ ਹੈ ਇਹਨਾਂ ਦੇ ਵਿੱਚ ਬਹੁਤ ਡਿਫਰੈਂਸ ਘੱਟ ਹੈ। ਔਰ ਤੁਸੀਂ ਇਹ ਦੇਖੋ ਅਗਰ ਉਸ ਦੀ ਆਪੋਜੀਸ਼ਨ ਹੋਈ ਹੈ ਉਹ ਹਿਸ ਵਰਡ ਨੂੰ ਡਿਫਰੈਂਟ ਲੈ ਰਹੇ ਨੇ ਔਰ ਦੂਸਰੇ ਜਿਹੜੇ ਨੇ ਉਹ ਉਸਨੂੰ ਡਿਫਰੈਂਟ ਲੈ ਰਹੇ ਨੇ ਇਹ ਆਪਣੇ ਆਪ ਦੇ ਵਿੱਚ ਬੜੀ ਮੈਂ ਤਾਂ ਕਹੂੰਗਾ ਕਿ ਕੰਟਰੋਵਰਸ਼ੀਅਲ ਜੀ ਗੱਲ ਹੈ। ਦੂਸਰੀ ਗੱਲ ਇਹ ਆ ਜਾਂਦੀ ਹੈ ਕਿ ਜਦੋਂ ਅਸੀਂ ਧਰਮ ਦੀ ਗੱਲ ਕਰਦੇ ਹਾਂ ਕਿ ਉਹ ਸਿਰਫ ਕੈਂਡੀਡੇਟ ਦਾ ਹੈ ਇਹ ਜਸਟੀਫਿਕੇਸ਼ਨ ਕਿੱਥੇ ਮਿਲਦੀ ਹੈ ਕਿ ਇਹ ਧਰਮ ਸਿਰਫ ਕੈਂਡੀਡੇਟ ਕੋਲ ਹੀ ਹੈ ਜਾਂ ਕੈਂਡੀਡੇਟ ਜਦੋਂ ਆਪਣੀ ਰੈਲੀਜ਼ ਕਰਦਾ ਹੈ ਉਦੋਂ ਧਰਮ ਦੇ ਉੱਪਰ ਸਟ੍ਰੈਸ ਪਾ ਕੇ ਲੋਕਾਂ ਨੂੰ ਫੋਰਸੀਬਲੀ ਆਪਣੀਆਂ ਗੱਲਾਂ ਸਮਝਾਉਣ ਦੀ ਕੋਸ਼ਿਸ਼ ਕਰਦਾ ਇਹ ਠੀਕ ਨਹੀਂ ਹੈ। ਮੈਂ ਉਹਨਾਂ 4 ਜੱਜਾਂ ਦੇ ਵੱਲ ਦੀ ਗੱਲ ਕਰੂੰਗਾ ਕਿਉਂਕਿ ਜਦੋਂ ਉਹਨਾਂ ਨੇ ਹਿਸ ਨੂੰ ਡਿਸਕ੍ਰਾਈਬ ਕੀਤਾ ਤਾਂ ਉਹਦੇ ਵਿੱਚ ਸਾਰੀ ਚੀਜ਼ ਇਨਵੋਲਵ ਕੀਤੀ ਕੈਂਡੀਡੇਟ ਵੀ ਇਨਵੋਲਵ ਹੈ ਵੋਟਰਸ ਵੀ ਇਨਵੋਲਵ ਹੈ ਈਵਨ ਕਿ ਤੁਸੀਂ ਦੇਖੋ ਜਿਹੜੇ ਕਿ ਉਸ ਪਾਰਟੀ ਨਾਲ ਸਿੱਧੇ ਜਾਂ ਸਿੱਧੇ ਤੌਰ ਤੇ ਨਹੀਂ ਵੀ ਹੁੰਦੇ ਉਹ ਵੀ ਉਹਨਾਂ ਨੇ ਉਹਦੇ ਵਿੱਚ ਇਨਵੋਲਵਮੈਂਟ ਕੀਤੀ ਹੈ। ਸੋ ਕਿਤੇ ਨਾ ਕਿਤੇ ਇਹ ਫੈਸਲਾ ਜਿਹੜਾ ਬਹੁਤ ਵਧੀਆ ਫੈਸਲਾ ਹੈ ਔਰ ਤੁਸੀਂ ਦੇਖਣਾ ਹਰਪ੍ਰੀਤ ਜੀ ਆਉਣ ਵਾਲੇ ਜਿਹੜੀ ਇਲੈਕਸ਼ਨਸ ਹੈ ਪੰਜਾਬ ਹੈ ਯੂਪੀ ਹੈ ਗੋਆ ਹੈ ਔਰ ਫਰਦਰ ਜਿਹੜੇ ਹੋਰ ਸਟੇਟ ਦੀਆਂ ਇਲੈਕਸ਼ਨਸ ਵੀ ਆਣਗੀਆਂ ਉਹਦੇ ਤੇ ਇਹ ਵਾਲਾ ਫੈਸਲਾ ਅਗਰ ਜਿਵੇਂ ਸ਼ਰਦੀਪ ਜੀ ਨੇ ਕਿਹਾ ਕਿ PIL ਕੋਈ ਪਾ ਦਿੰਦਾ ਹੈ ਜਾਂ ਉਹਦੇ ਤੇ ਕੁਝ ਸਟੇ ਮਿਲ ਜਾਂਦੀ ਜਾਂ ਕੋਈ ਡਿਸੀਜਨ ਪੈਂਡਿੰਗ ਹੋ ਜਾਂਦਾ ਹੈ ਉਦੋਂ ਉਹ ਚੀਜ਼ ਨਾ ਹੋਵੇ ਤਾਂ ਇਹ ਚੀਜ਼ ਬੜਾ ਇਤਿਹਾਸਿਕ ਫੈਸਲਾ ਰਹੇਗਾ ਔਰ ਵੋਟਾਂ ਤੇ ਇਹਦਾ ਬਹੁਤ ਜ਼ਿਆਦਾ ਇੰਪੈਕਟ ਤੁਹਾਨੂੰ ਦੇਖਣ ਨੂੰ ਮਿਲੇਗਾ। ਸਬਦੀਪ ਜੀ ਤੁਹਾਡੇ ਵਿਚਾਰ ਵੀ ਜਾਨਣਾ ਚਾਹੂੰਗਾ ਧਰਮ ਚਾਹੇ ਕੈਂਡੀਡੇਟ ਦਾ ਇਸਤੇਮਾਲ ਕੀਤਾ ਜਾਵੇ ਚਾਹੇ ਵੋਟਰ ਦਾ ਇਸਤੇਮਾਲ ਕੀਤਾ ਜਾਵੇ ਕੀ ਉਹਨਾਂ ਦੋਵਾਂ ਨੂੰ ਹੀ ਗਲਤ ਕਹੋਗੇ ਜਾਂ ਫਿਰ ਤੁਸੀਂ ਵੀ 3 ਜੱਜਾਂ ਨਾਲ ਸਹਿਮਤ ਹੋਗੇ ਜਿਹਦੇ ਵਿੱਚ ਕਿ ਉਹਨਾਂ ਸਿਰਫ ਕੈਂਡੀਡੇਟ ਦੇ ਧਰਮ ਜਾਤੀ ਭਾਸ਼ਾ ਦੇ ਵੱਲ ਇਸ਼ਾਰਾ ਕੀਤਾ ਵਾ। ਤੇ ਹਰਪ੍ਰੀਤ ਜੀ ਜੇ ਅਸੀਂ ਗੱਲ ਕਰੀਏ ਧਰਮ ਨਿਰਪੱਖਤਾ ਦੇ ਜਨ ਪ੍ਰਤੀਨਿਧ ਕਾਨੂੰਨ ਦੀ ਤਾਂ ਉਹਦੇ ਵਿੱਚ ਇੱਕ ਗੱਲ ਬਹੁਤ ਹੀ ਕਲੀਅਰ ਹੈ ਕਿ ਚੋਣਾਂ ਦੇ ਵਿੱਚ ਧਰਮ ਦਾ ਗਲਤ ਇਸਤੇਮਾਲ ਨਹੀਂ ਹੋਣਾ ਚਾਹੀਦਾ। ਇਹਦਾ ਇੱਕ ਸਿੱਧਾ ਜਿਹਾ ਅਰਥ ਇਹ ਨਿਕਲਦਾ ਵਾ ਕਿ ਅਦਾਲਤਾਂ ਦਾ ਕੰਮ ਸੁਪਰੀਮ ਕੋਰਟ ਦਾ ਨਹੀਂ ਹੇਠਲੀ ਤੋਂ ਲੈ ਕੇ ਉੱਪਰਲੀ ਅਦਾਲਤ ਦਾ ਕੰਮ ਇਹ ਹੈ ਕਿ ਉਹਨੇ ਇਹ ਦੇਖਣਾ ਹੈ ਕਿ ਕਿਸੇ ਚੋਣ ਦੇ ਵਿੱਚ ਧਰਮ ਦੀ ਜਾਤ ਦੀ ਭਾਸ਼ਾ ਦੀ ਕੋਈ ਇਸਤੇਮਾਲ ਤਾਂ ਨਹੀਂ ਕੀਤਾ ਗਿਆ ਲੋਕਾਂ ਨੂੰ ਪ੍ਰਭਾਵਿਤ ਕਰਨ ਲਈ ਤੇ ਜੇ ਕੀਤਾ ਗਿਆ ਵਾ ਤਾਂ ਉਹ ਹਿੱਜ ਦਾ ਅਰਥ ਤੁਸੀਂ ਜ਼ਰੂਰੀ ਨਹੀਂ ਕੈਂਡੀਡੇਟ ਤੱਕ ਸੀਮਿਤ ਕਰਕੇ ਦੇਖੋ ਕਿਉਂਕਿ ਜੇ ਧਰਮ ਦਾ ਇਸਤੇਮਾਲ ਮੰਨ ਲਓ ਕੈਂਡੀਡੇਟ ਨਾਲ ਸੰਬੰਧਿਤ ਸਾਰੇ ਲੋਕ ਧਰਮ ਦਾ ਇਸਤੇਮਾਲ ਕਰੀ ਜਾਣ ਤੇ ਕੈਂਡੀਡੇਟ ਚੁੱਪਚਾਪ ਦੇਖ ਕੇ ਖੜਾ ਹੋ ਕੇ ਤਮਾਸ਼ਾ ਦੇਖਦਾ ਰਹੇ ਤੇ ਅਸੀਂ ਕਹੀਏ ਤਕਨੀਕੀ ਤੌਰ ਦੇ ਉੱਤੇ ਧਰਮ ਦਾ ਇਸਤੇਮਾਲ ਨਹੀਂ ਹੋਇਆ ਇਹ ਆਪਣੇ ਆਪ ਦੇ ਵਿੱਚ ਇੱਕ ਰੌਂਗ ਹੈ। ਦੂਜੀ ਗੱਲ ਸੁਪਰੀਮ ਕੋਰਟ ਦਾ ਕੰਮ ਜਾਂ ਕਿਸੇ ਵੀ ਕੋਰਟ ਦਾ ਕੰਮ ਇਹ ਨਹੀਂ ਕਿ ਉਹ ਧਰਮ ਨੂੰ ਪਰਿਭਾਸ਼ਿਤ ਕਰੇ ਕਿ ਧਰਮ ਕੀ ਹੈ
ਤੇ ਉਹਦਾ ਸਿਰਫ ਇਹ ਅਰਥ ਹੈ ਧਰਮ ਤਾਂ ਆਲਰੇਡੀ ਧਰਮਾਂ ਵਾਲਿਆਂ ਨੇ ਪ੍ਰਭਾਸ਼ਿਤ ਕਰਨਾ। ਉਹ ਸਿੱਖੀਜ਼ਮ ਨੂੰ ਕੀ ਸਮਝਦੇ ਨੇ, ਹਿੰਦੂਇਜ਼ਮ ਨੂੰ ਕੀ ਸਮਝਦੇ ਨੇ, ਇਸਲਾਮ ਨੂੰ ਕੀ ਸਮਝਦੇ ਨੇ। ਇਸ ਕੋਰਟ ਦਾ ਕੰਮ ਇਹ ਦੇਖਣਾ ਵਾ ਕਿ ਧਰਮ ਦੇ ਨਾਂ ਦੇ ਉੱਤੇ, ਹਿੰਦੂਇਜ਼ਮ ਦੇ ਨਾਂ ਦੇ ਉੱਤੇ, ਸਿੱਖੀਜ਼ਮ ਦੇ ਨਾਂ ਦੇ ਉੱਤੇ, ਇਸਲਾਮ ਦੇ ਨਾਂ ਦੇ ਉੱਤੇ ਕੀ ਲੋਕਾਂ ਦੀਆਂ ਭਾਵਨਾਵਾਂ ਨਾਲ ਕਿਸੇ ਪੋਲੀਟਿਕਸ ਵੱਲੋਂ ਖੇਡਿਆ ਤਾਂ ਨਹੀਂ ਜਾ ਰਿਹਾ। ਜੇ ਖੇਡਿਆ ਜਾ ਰਿਹਾ ਵਾ ਤੇ ਬਿਲਕੁਲ ਕਲੀਅਰ ਹੈ ਕਿ ਜੋ ਵੀ ਖੇਡ ਰਿਹਾ ਹੈ ਉਹ ਗੈਰ ਕਾਨੂੰਨੀ ਹੈ। ਕਾਨੂੰਨ ਸਿਰਫ ਕੈਂਡੀਡੇਟ ਦੇ ਉੱਤੇ ਲਾਗੂ ਨਹੀਂ ਹੁੰਦਾ, ਇਹ ਕਾਨੂੰਨ ਸਾਰਿਆਂ ਦੇ ਉੱਤੇ ਲਾਗੂ ਹੁੰਦਾ। ਜੇ ਸੰਵਿਧਾਨ ਸੈਕੂਲਰ ਹੈ ਤੇ ਸਾਰਿਆਂ ਲਈ ਸੈਕੂਲਰ ਹੈ। ਏਦਾਂ ਨਹੀਂ ਕਹਿ ਸਕਦੇ ਕਿ ਬਾਕੀਆਂ ਲਈ ਉਹ ਸੈਕੂਲਰ ਨਹੀਂ ਹੈ, ਸਿਰਫ ਕੈਂਡੀਡੇਟ ਲਈ ਸੈਕੂਲਰ ਹੈ। ਜੇ ਅਸੀਂ ਇੰਝ ਵੰਡ ਕਰਾਂਗੇ ਤਾਂ ਮੇਰਾ ਖਿਆਲ ਹੈ ਕਿ ਅਸੀਂ ਬਹੁਤ ਗਲਤ ਦਿਸ਼ਾ ਦੇ ਵਿੱਚ ਜਾਵਾਂਗੇ। ਇਹ ਆਪਣੇ ਆਪ ਦੇ ਵਿੱਚ ਹੈਰਾਨੀਜਨਕ ਗੱਲ ਆ ਕਿ 7 ਤੋਂ 3 ਜੱਜ ਫਿਰ ਵੀ ਉਸ ਦਾਇਰੇ ਦੇ ਵਿੱਚ ਵਿਚਰ ਰਹੇ ਨੇ ਜਿਸ ਦਾਇਰੇ ਦੇ ਵਿੱਚ ਹਿੰਦੂਤਵ ਦੀ ਵਿਆਖਿਆ ਵਾਲੀ ਗਲਤ ਜਿਹੜੀ ਫੈਸਲਾ ਭਾਰਤ ਦੀ ਸੁਪਰੀਮ ਕੋਰਟ ਵੱਲੋਂ ਕੀਤਾ ਗਿਆ ਸੀ। ਮੇਰੇ ਖਿਆਲ ਮੁਤਾਬਕ ਉਹ ਫੈਸਲਾ ਧਰਮ ਨੂੰ ਪ੍ਰਭਾਸ਼ਿਤ ਕਰਨ ਦਾ ਫੈਸਲਾ ਜਿਹੜਾ ਬੇਸਿਕਲੀ ਕੋਰਟ ਦਾ ਕੰਮ ਨਹੀਂ ਹੈ, ਕਿਉਂਕਿ ਕੋਰਟ ਨੇ ਇਸਤੇਮਾਲ ਧਰਮ ਦਾ ਦੇਖਣਾ ਵਾ, ਨਾ ਕਿ ਧਰਮ ਨੂੰ ਡਿਫਾਈਨ ਕਰਨਾ ਦੇਖਣਾ। ਸ਼ਾਇਦ 3 ਜੱਜ ਹਾਲੇ ਵੀ ਹਿੰਦੂਤਵ ਨੂੰ ਡਿਫਾਈਨ ਕਰਨ ਵਾਲੀ ਭਾਵਨਾ ਦੇ ਨਾਲ ਖੜੇ ਹੋ ਸਕਦੇ ਨੇ। ਜੇ ਚੀਫ ਜਸਟਿਸ ਜੇ.ਐਸ. ਠਾਕੁਰ ਦੀ ਗੱਲ ਕਰੀਏ ਤੇ ਠਾਕੁਰ ਸਾਹਿਬ ਦੇ ਸੰਬੰਧ ਮੌਜੂਦਾ ਗਵਰਨਮੈਂਟ ਨਾਲ ਠੀਕ ਨਹੀਂ ਆ, ਜੱਜਾਂ ਦੀ ਅਪਾਇੰਟਮੈਂਟ ਨੂੰ ਲੈ ਕੇ ਜਾਂ ਨਾ ਕਿ ਵਿਵਾਦ ਵਿੱਚ ਹਮੇਸ਼ਾ ਹੀ ਗਵਰਨਮੈਂਟ ਅਤੇ ਠਾਕੁਰ ਸਾਹਿਬ ਆਮਨੇ ਸਾਹਮਣੇ ਰਹਿੰਦੇ ਨੇ। ਇਹਦੇ ਚੱਲਦੇ ਹੋਏ ਵੀ ਹਿੰਦੂਤਵ ਵਾਲੇ ਫੈਸਲੇ ਤੇ ਕਮੈਂਟ ਨਾ ਕਰਨਾ ਜਾਂ ਫਿਰ ਜਿੱਦਾਂ ਸਬਦੀਪ ਜੀ ਨੇ ਦੱਸਿਆ ਸੀ ਉਹ ਯਾਚੀਕਾ ਨੂੰ ਲੁਟਾ ਦਿੱਤਾ ਗਿਆ ਸੀ, ਉਹਦੇ ਬਾਰੇ ਮੈਂ ਤੁਹਾਡੇ ਦੋਵਾਂ ਦੇ ਜ਼ਰੂਰ ਕਮੈਂਟ ਚਾਹੂੰਗਾ। ਸੀਪੀ ਸਿੰਘ ਜੀ ਸਟਾਰਟ ਫਰਮ ਯੂ। ਬਿਲਕੁਲ ਹਰਪ੍ਰੀਤ ਜੀ, ਇੱਥੇ ਮੈਂ ਇੱਕ ਚੀਜ਼ ਹੋਰ ਕਹੂੰਗਾ ਕਿ ਜਦੋਂ ਅਸੀਂ ਇਹ ਗੱਲ ਕਰਦੇ ਹਾਂ, ਦੇਖੋ ਠਾਕੁਰ ਸਾਹਿਬ ਦੇ ਰਿਲੇਸ਼ਨ ਪ੍ਰੈਜ਼ੈਂਟ ਗਵਰਨਮੈਂਟ ਦੇ ਕਿਸ ਨਾਲ ਨੇ ਔਰ ਕਿਵੇਂ ਉਹਦੇ ਨਾਲ ਡੀਲ ਕਰਦੇ ਆ, ਜਾਂ ਉਹਨਾਂ ਦੀ ਅਪਾਇੰਟਮੈਂਟ ਦੇ ਵਿੱਚ ਵੀ ਉਹਨਾਂ ਦੇ ਕਾਫੀ ਨਾਮ ਜਿਹੜਾ ਸੀਗਾ ਉਹ ਉਛਾਲਿਆ ਗਿਆ ਸੀਗਾ। ਸੋ ਇਹ ਚੀਜ਼ ਨੂੰ ਅਲੱਗ ਰੱਖਣਾ ਚਾਹੀਦਾ ਹੈ ਸੁਪਰੀਮ ਕੋਰਟ ਨੂੰ, ਕਿਉਂਕਿ ਦੇਖੋ ਜੇ ਅਸੀਂ ਇਹ ਗੱਲ ਕਰਾਂਗੇ ਕਿ ਅੱਜ ਤੁਸੀਂ ਇਹ ਦੇਖੋ ਕਿ ਸੁਪਰੀਮ ਕੋਰਟ ਇਟਸ ਅ ਸੁਪਰੀਮ ਆਫ ਆਲ ਕੋਰਟਸ ਔਰ ਲੋਅਰ ਕੋਰਟਸ, ਜਿਹੜੀਆਂ ਵੀ ਨੀਚੇ ਵਾਲੀਆਂ ਲੋਕਲ ਕੋਰਟਸ ਹੁੰਦੀਆਂ। ਸੋ ਜੇ ਅਸੀਂ ਉਸ ਚੀਜ਼ ਤੇ ਹੀ ਇਹ ਚੀਜ਼ਾਂ ਇੰਪੋਜ਼ ਕਰਾਂਗੇ ਤਾਂ ਫਿਰ ਅਸੀਂ ਕਿੱਦਾਂ ਇਹ ਸੋਚ ਸਕਦੇ ਹਾਂ ਕਿ ਜਿਹੜੇ ਸਾਡੇ ਡਿਸੀਜਨਸ ਹੈ ਉਹ ਏਦਾਂ ਬਿਲਕੁਲ ਟਰੂ ਹੋ ਕੇ ਔਰ ਬਿਲਕੁਲ ਨਿਰਪੱਖ ਹੋ ਕੇ ਆਣਗੇ। ਇੱਥੇ ਇਹ ਚੀਜ਼ ਨਹੀਂ ਲਾਗੂ ਕਰਨੀ ਚਾਹੀਦੀ। ਈਵਨ ਮੈਂ ਤਾਂ ਹੋਰ ਕਹਿਣਾ ਕਿ ਜੇ ਅਸੀਂ ਇਹਨਾਂ ਚੀਜ਼ਾਂ ਨੂੰ ਇਲੈਕਸ਼ਨ ਤੋਂ ਬਾਹਰ ਰੱਖਿਆ ਤਾਂ ਜਿਹੜੇ ਪਾਰਟੀਆਂ ਦੇ ਨਾਮ ਵੀ ਅਸੀਂ ਰੱਖਦੇ ਹਾਂ ਉਸ ਚੀਜ਼ ਤੇ ਵੀ ਬੈਨ ਹੋਣਾ ਚਾਹੀਦਾ ਹੈ। ਜਦੋਂ ਅਸੀਂ ਕਿਸੇ ਧਰਮ ਜਾਂ ਜਾਤੀ ਦੇ ਨਾਮ ਤੇ ਉਸ ਪਾਰਟੀ ਨੂੰ ਅਨਾਉਂਸ ਕਰਦੇ, ਉਸ ਪਾਰਟੀ ਦਾ ਨਾਮ ਅਨਾਉਂਸ ਕਰਦੇ ਆ, ਜਿੱਦਾਂ ਫॉर ਐਗਜ਼ਾਮਪਲ ਅਕਾਲੀ ਦਲ ਲੈ ਲਓ, ਅਕਾਲੀ ਇਜ਼ ਅ ਧਾਰਮਿਕ ਵਰਡ, ਸੋ ਅਸੀਂ ਆਪਾਂ ਉਹਦੇ ਵਿੱਚ ਯੂਜ਼ ਕਰ ਲੈਂਦੇ ਆ। BSP ਬਹੁਜਨ ਸਮਾਜ ਪਾਰਟੀ ਤੋਂ ਬਹੁਜਨ ਇਜ਼ ਅ ਕਾਸਟਿਜ਼ਮ, ਔਰ ਤੁਸੀਂ ਕਹਿ ਲਓ ਕਿ ਲੋਹ ਤਬਕਾ ਜਿਹੜਾ ਹੁੰਦਾ ਅਸੀਂ ਉਹਨੂੰ ਟਰਮੀਨੇਟ ਕਰਦੇ ਆ। ਸੋ ਇਸ ਚੀਜ਼ ਤੇ ਵੀ ਪਾਬੰਦੀ ਲੱਗਣੀ ਚਾਹੀਦੀ ਹੈ ਮੇਰੇ ਹਿਸਾਬ ਨਾਲ। ਅਗਰ ਜੇ ਅਸੀਂ ਇਸ ਚੀਜ਼ ਤੇ ਵੀ ਪਾਬੰਦੀ ਲਗਾ ਦਿੰਦੇ ਆ ਤਾਂ ਹੋਰ ਜ਼ਿਆਦਾ ਇਹਦੇ ਚ ਇੰਪਰੂਵਮੈਂਟ ਆ ਜਾਏਗੀ। ਔਰ ਸੈਕੰਡ ਜਿਹੜਾ ਤੁਹਾਡਾ ਕੁਐਸਚਨ ਸੀਗਾ ਕਿ ਠਾਕੁਰ ਸਾਹਿਬ ਦੇ ਜਿਹੜੇ ਰਿਲੇਸ਼ਨ ਗਵਰਨਮੈਂਟ ਨਾਲ ਜਾਂ ਠੀਕ ਨਹੀਂ ਰਹੇ, ਉਹਦੇ ਵਿੱਚ ਇਹਨਾਂ ਚੀਜ਼ਾਂ ਤੋਂ ਵੀ ਸਾਨੂੰ ਗੁਰੇਜ਼ ਕਰਨਾ ਚਾਹੀਦਾ। ਜੇ ਅਸੀਂ ਸੁਪਰੀਮੋ ਹੋ ਕੇ ਹੀ ਕੋਰਟ, ਜਿਹਨੂੰ ਕਿ ਅਸੀਂ ਆਨਰੇਬਲ ਕੋਰਟ ਕਹਿੰਦੇ ਹਾਂ, ਉਹਨਾਂ ਦੇ ਡਿਸੀਜਨ ਨੂੰ ਕੋਈ ਵੀ ਚੈਲੰਜ ਨਹੀਂ ਕਰ ਸਕਦਾ। ਜਰਨਲਿਜ਼ਮ ਦੇ ਵਿੱਚ ਵੀ ਅਗਰ ਤੁਸੀਂ ਕੋਈ ਨਿਊਜ਼ ਰਿਪੋਰਟ ਕਰਨੀ ਹੈ ਤਾਂ ਤੁਸੀਂ ਕੋਰਟ ਨੂੰ ਚੈਲੰਜ ਨਹੀਂ ਕਰ ਸਕਦੇ, ਕੋਰਟ ਦੇ ਡਿਸੀਜਨ ਨੂੰ ਤੁਸੀਂ ਕੁਝ ਹੋਰ ਵੇਜ਼ ਹੈ ਜਿਹਨਾਂ ਤੁਸੀਂ ਗੱਲਬਾਤ ਕਰਕੇ ਉਸ ਨੂੰ ਅਪਲਾਈ ਕਰ ਸਕਦੇ ਹੋ। ਲੇਕਿਨ ਇਹਨਾਂ ਚੀਜ਼ਾਂ ਨੂੰ ਹੰਬਲੀ ਆਈ ਟਾਕ ਵਿਦ ਇਨ ਦਿਸ ਸ਼ੋ ਕਿ ਇਸ ਚੀਜ਼ ਨੂੰ ਦੂਰ ਰੱਖੋ। ਔਰ ਜੇ ਅਸੀਂ ਏਦਾਂ ਉਸ ਅਪਾਇੰਟਮੈਂਟਸ ਦੇ ਵਿੱਚ ਫਸ ਜਾਵਾਂਗੇ, ਸਾਡੇ ਉੱਪਰ ਬੋਝ ਆ ਜਾਏਗਾ ਕਿ ਨਹੀਂ ਤੁਸੀਂ ਏਦਾਂ ਦੀ ਸਿਸਟਮ ਲੈ ਕੇ ਅਪਾਇੰਟਮੈਂਟਸ ਕਰੋ, ਤਾਂ ਉਸ ਚੀਜ਼ ਤੇ ਅਸੀਂ ਸਹੀ ਫੈਸਲੇ ਕਿਵੇਂ ਐਕਸਪੈਕਟ ਕਰ ਸਕਦੇ ਹਾਂ। ਸਬਦੀ ਜੀ ਇੱਕ ਮੁੱਦੇ ਤੇ ਮੈਂ ਜ਼ਰੂਰ ਗੱਲ ਕਰਨੀ ਚਾਹੂੰਗਾ। 1951 ਰੂਲ ਬਣਿਆ ਵਾ, 2016 ਵਿੱਚ ਇੱਕ ਸੁਪਰੀਮ ਕੋਰਟ ਦੀ ਜਜਮੈਂਟ ਆਉਂਦੀ ਆ। 1951 ਤੋਂ ਲੈ ਕੇ 2016 ਦਾ ਜੋ ਸਫ਼ਰ ਆ ਉਹ ਸਾਡੇ ਦਰਸ਼ਕ ਤੇ ਸਾਡੇ ਤੋਂ ਅਸੀਂ ਸਾਰੇ ਹੀ ਉਤੋਂ ਜਾਣੂ ਆ ਕਿ ਹੁਣ ਇਹ ਫੈਸਲਾ ਜਾਂ ਹੁਣ ਇਲੈਕਸ਼ਨ ਕਮਿਸ਼ਨ ਆਉਣ ਵਾਲੇ ਪੰਜਾਬ ਤੇ ਯੂਪੀ ਦੇ ਇਲੈਕਸ਼ਨ ਵਿੱਚ ਇਹਨੂੰ ਇੰਪਲੀਮੈਂਟ ਕਰਨ ਦੀ ਕੋਸ਼ਿਸ਼ ਕਰ ਸਕਦਾ ਹੈ ਜਾਂ ਫਿਰ ਇਲੈਕਸ਼ਨ ਕਮਿਸ਼ਨ ਸਖਤੀ ਵਿਖਾ ਸਕਦਾ ਹੈ। ਹਰਪ੍ਰੀਤ ਜੀ, ਜੇ ਤਾਂ ਇਹਦੇ ਤੇ ਪਹਿਰੇਦਾਰੀ ਕੀਤੀ ਜਾਵੇ ਇਲੈਕਸ਼ਨ ਕਮਿਸ਼ਨ ਵੱਲੋਂ, ਇਹਦੇ ਤੇ ਪਹਿਰੇਦਾਰੀ ਕੀਤੀ ਜਾਵੇ ਦੂਸਰੀਆਂ ਸਾਰੀਆਂ ਸੁਚੇਤ ਧਿਰਾਂ ਵੱਲੋਂ, ਜਦੋਂ ਵੀ ਕਦੇ ਏਦਾਂ ਦਾ ਸਵਾਲ ਉੱਠ ਕੇ ਆਉਂਦਾ ਸਾਹਮਣੇ ਤਾਂ ਉਹ ਇਹਦਾ ਵਿਰੋਧ ਕਰਨ ਜਨਤਕ ਤੌਰ ਤੇ, ਤਾਂ ਹੋ ਸਕਦਾ ਸੁਪਰੀਮ ਕੋਰਟ ਦੇ ਇਸ ਫੈਸਲੇ ਨੂੰ ਕੋਈ ਨਾ ਕੋਈ ਕੋਰਟ ਦੇ ਵਿੱਚ ਚੈਲੰਜ ਕਰੇ ਜਾਂ
ਇਹਨੂੰ ਰੋਕਣ ਦੇ ਵਿੱਚ ਸਹਾਈ ਹੋਵੇ। ਦੂਸਰੀ ਗੱਲ, ਜਿਵੇਂ ਮੈਂ ਸ਼ੁਰੂ ਦੇ ਵਿੱਚ ਕਿਹਾ ਕਿ ਅਸੀਂ ਇਹ ਨਾ ਸਮਝੀਏ ਕਿ ਜਿਹੜੇ ਸੁਪਰੀਮ ਕੋਰਟ ਜਾਂ ਕਿਸੇ ਵੀ ਕੋਰਟ ਦੇ ਜਿਹੜੇ ਜੱਜ ਹੁੰਦੇ ਨੇ ਉਹ ਸੱਚਮੁੱਚ ਹੀ ਇੰਨੇ ਨਿਰਪੱਖ ਹੋ ਸਕਦੇ ਨੇ। ਆਖਿਰਕਾਰ ਉਹ ਇੱਕ ਇਨਸਾਨ ਦੇ ਤੌਰ ਤੇ ਵਿਚਰਦੇ ਨੇ, ਸੰਬੰਧਾਂ ਦੇ ਤੌਰ ਤੇ ਵਿਚਰਦੇ ਨੇ, ਉਹਨਾਂ ਦੀਆਂ ਵੀ ਇੱਕ ਪਰਸਨਲ ਭਾਵਨਾਵਾਂ ਹੋ ਸਕਦੀਆਂ। ਪਰ ਸਵਾਲ ਇਹ ਹੈ ਕਿ ਜਦੋਂ ਤੁਸੀਂ ਕੋਰਟ ਦੇ ਵਿੱਚ ਬੈਠੇ ਹੋਏ ਹੋ ਜੱਜ ਦੀ ਕੁਰਸੀ ਦੇ ਉੱਤੇ, ਤੁਹਾਡੇ ਸਾਹਮਣੇ ਅਸਲ ਚੀਜ਼ ਸੰਵਿਧਾਨ ਦੀ ਮੂਲ ਭਾਵਨਾ ਹੈ, ਨਾ ਕਿ ਤੁਹਾਡੇ ਪਰਸਨਲ ਵਿਚਾਰ। ਕੋਈ ਬੰਦਾ ਜੱਜ ਦੀ ਕੁਰਸੀ ਤੇ ਬੈਠਾ ਸੱਚਾ ਸਿੱਖ ਹੋ ਸਕਦਾ, ਪਰ ਉਹ ਇਸ ਬਣਾ ਦੇ ਉੱਤੇ ਕਿਸੇ ਸਿੱਖ ਜਥੇਬੰਦੀ ਦੀ ਧਾਰਮਿਕ ਤੌਰ ਦੇ ਉੱਤੇ ਧਰਮ ਦੇ ਇਸਤੇਮਾਲ ਨੂੰ ਜਸਟੀਫਾਈ ਨਹੀਂ ਕਰ ਸਕਦਾ, ਕਿਉਂਕਿ ਉਹ ਸਿੱਖ ਹੈ। ਉਹਨੇ ਇਹ ਦੇਖਣਾ ਕਿ ਭਾਰਤੀ ਸੰਵਿਧਾਨ ਮੈਨੂੰ ਇਸ ਗੱਲ ਦੀ ਆਗਿਆ ਦਿੰਦਾ ਕਿ ਨਹੀਂ। ਜੇ ਅਸੀਂ ਇਸ ਤਰੀਕੇ ਦੇ ਨਾਲ ਜਾਵਾਂਗੇ ਕਿ ਹਿੰਦੂਤਵ ਵਾਂਗੂ ਅਸੀਂ ਅੱਗੇ ਜਾ ਕੇ ਕੋਰਟ ਦੇ ਵਿੱਚ ਏਦਾਂ ਵਿਆਖਿਆ ਕਰਨੀ ਸ਼ੁਰੂ ਕਰ ਦੇਵਾਂਗੇ, ਤਾਂ ਕੋਈ ਵੀ ਜੱਜ ਉੱਠ ਕੇ ਕਹਿ ਸਕਦਾ ਕਿ ਮੇਰੀ ਪੀੜੀ ਦੇ ਸਿਧਾਂਤ ਮੁਤਾਬਕ ਪਈ ਸਿੱਖੀ ਦੇ ਵਿੱਚ ਤਾਂ ਧਰਮ ਤੇ ਰਾਜਨੀਤੀ ਦਾ ਗੱਠਜੋੜ ਜਸਟੀਫਾਈਡ ਹੈ, ਇਸ ਕਰਕੇ ਇੱਥੇ ਇਹਨੂੰ ਅਸੀਂ ਜਸਟੀਫਾਈਡ ਹੀ ਰੱਖਾਂਗੇ। ਇਹ ਜੇ ਕੋਈ ਲੈ ਕੇ ਆ ਜਾਂਦਾ ਦਲੀਲ ਜੱਜ ਦੇ ਤੌਰ ਦੇ ਉੱਤੇ, ਤੇ ਕਿਸੇ ਵੀ ਤਰੀਕੇ ਦੇ ਨਾਲ ਭਾਰਤੀ ਸੰਵਿਧਾਨ ਦੇ ਅਨੁਕੂਲ ਨਹੀਂ ਹੋਏਗਾ। ਉਹਦੇ ਕੋਲੇ ਫਿਰ ਇੱਕੋ ਹੀ ਆਪਸ਼ਨ ਬਚਦੀ ਹੈ ਕਿ ਜੇ ਉਹਨੇ ਇਸ ਦਲੀਲ ਦੇ ਆਧਾਰ ਦੇ ਉੱਤੇ ਗੱਲ ਕਰਨੀ ਹੈ ਤਾਂ ਉਹਨੂੰ ਆਪਣੀ ਕੁਰਸੀ ਤੋਂ ਲਾਂਭੇ ਹੋ ਕੇ ਰਿਜ਼ਾਈਨ ਕਰਕੇ ਇਸ ਗੱਲ ਲਈ ਬਹਿਸ ਤਾਂ ਉਹ ਕਰ ਸਕਦਾ ਬਾਹਰ ਜਾ ਕੇ, ਪਰ ਫੈਸਲਾ ਇਸ ਤਰ੍ਹਾਂ ਦਾ ਨਹੀਂ ਸੁਣਾ ਸਕਦਾ। ਦੂਸਰੀ ਗੱਲ ਜਿਹੜੀ ਸਾਡੇ ਸਾਹਮਣੇ ਇਹ ਹੈ ਕਿ ਕੋਰਟ ਦੇ ਇਸ ਫੈਸਲੇ ਦੇ ਖਿਲਾਫ ਜਿਵੇਂ ਸੀਪੀ ਸਿੰਘ ਜੀ ਥੋੜਾ ਜਿਹਾ ਸ਼ਾਇਦ ਵੇਗ ਦੇ ਵਿੱਚ ਗੱਲ ਕਰ ਗਏ ਕਿ ਅਸੀਂ ਕੋਰਟ ਦੇ ਫੈਸਲੇ ਨੂੰ ਚੈਲੰਜ ਨਹੀਂ ਕਰ ਸਕਦੇ। ਬਿਲਕੁਲ ਕੋਰਟ ਦਾ ਫੈਸਲਾ ਜੇ ਸੰਵਿਧਾਨ ਦੀ ਮੂਲ ਭਾਵਨਾ ਦੇ ਖਿਲਾਫ ਹੋਵੇ ਤਾਂ ਉਹਨੂੰ ਅਸੀਂ ਜਰਨਲਿਸਟ ਦੇ ਤੌਰ ਦੇ ਉੱਤੇ ਵੀ, ਭਾਰਤੀ ਨਾਗਰਿਕ ਦੇ ਤੌਰ ਦੇ ਉੱਤੇ ਵੀ ਚੈਲੰਜ ਕਰ ਸਕਦੇ ਹਾਂ। ਕਿਸੇ ਫੈਸਲੇ ਨੂੰ ਸੰਵਿਧਾਨ ਦੇ ਦਾਇਰੇ 'ਚ ਰਹਿ ਕੇ ਚੈਲੰਜ ਕਰਨਾ ਕੋਈ ਗੈਰ ਸੰਵਿਧਾਨਕ ਕਾਰਵਾਈ ਨਹੀਂ ਆ, ਨਾ ਹੀ ਗੈਰ ਨੈਤਿਕ ਕਾਰਵਾਈ ਆ। ਔਰ ਕੋਰਟ ਨੂੰ ਅਸੀਂ ਕਿਸੇ ਧਾਰਮਿਕ ਗ੍ਰੰਥ ਵਾਂਗੂ ਪਵਿੱਤਰ ਨਹੀਂ ਸਮਝ ਸਕਦੇ ਕਿ ਉਹਦੇ ਫੈਸਲੇ ਦੇ ਉੱਤੇ ਕੋਈ ਕੁਐਸਚਨ ਨਹੀਂ ਉਠਾਇਆ ਜਾ ਸਕਦਾ, ਸਵਾਲ ਉਠਾਇਆ ਜਾ ਸਕਦਾ। ਪਰ ਸਵਾਲ ਇਹ ਹੈ ਕਿ ਉਹ ਸੰਵਿਧਾਨ ਦੇ ਦਾਇਰੇ 'ਚ ਹੋਵੇ, ਨਾ ਕਿ ਤੁਸੀਂ ਸੰਵਿਧਾਨ ਨੂੰ ਤੋੜ ਕੇ ਕਿਸੇ ਧਰਮ ਦੀ ਦਲੀਲ ਦੇ ਆਧਾਰ ਦੇ ਉੱਤੇ ਉਹਦੇ ਉੱਤੇ ਕੋਈ ਸਵਾਲ ਖੜਾ ਕਰੋ। ਜੇ ਤੁਸੀਂ ਧਾਰਮਿਕ ਦਲੀਲ ਦੇ ਕੇ ਸਵਾਲ ਖੜਾ ਕਰਦੇ ਹੋ ਤਾਂ ਉਹ ਇੱਕ ਗੈਰ ਸੰਵਿਧਾਨਕ ਹੋਏਗਾ। ਉਹਦਾ ਨੈਤਿਕ ਆਧਾਰ ਧਾਰਮਿਕ ਤੌਰ ਤੇ ਹੋਵੇ ਜਾਂ ਨਾ ਹੋਵੇ ਵੱਖਰੀ ਬਹਿਸ ਹੈ, ਪਰ ਸੰਵਿਧਾਨ ਦੇ ਦਾਇਰੇ 'ਚ ਰਹਿ ਕੇ ਕਿਸੇ ਵੀ ਕੋਰਟ ਨੂੰ ਚੈਲੰਜ ਕੀਤਾ ਜਾ ਸਕਦਾ। ਬਹੁਤ ਹੀ ਇੰਪੋਰਟੈਂਟ ਅਤੇ ਵਧੀਆ ਮੁੱਦਾ ਵਾ। ਥੋੜਾ ਜਿਹਾ ਇੱਥੇ ਵੀ ਗੱਲ ਕਰਨਾ ਚਾਹੂੰਗਾ, ਪਰ ਮੈਂ ਸਮੇਂ ਦਾ ਵੱਲ ਜ਼ਰੂਰ ਧਿਆਨ ਦੇਣਾ ਚਾਹੂੰਗਾ ਪੈਨਲਿਸਟ ਦਾ। ਕੋਰਟ ਦੇ ਡਿਸੀਜਨ ਨੂੰ ਕੀ ਸਾਨੂੰ ਸੱਚ ਸਮਝ ਕੇ ਮੰਨ ਲੈਣਾ ਚਾਹੀਦਾ ਜਾਂ ਫਿਰ ਆਖਰੀ ਫੈਸਲਾ ਸਮਝ ਕੇ ਮੰਨ ਲੈਣਾ ਚਾਹੀਦਾ, ਜਾਂ ਜੇ ਸਾਨੂੰ ਲੱਗਦਾ ਕਿ ਇਹ ਫੈਸਲਾ ਗਲਤ ਆ ਸਾਨੂੰ ਆਵਾਜ਼ ਉਠਾਉਣ ਦਾ ਹੱਕ ਹੈ ਜਾਂ ਨਹੀਂ ਆ। ਕਾਫੀ ਚਿਰ ਪਹਿਲਾਂ ਮੇਰੀ ਇੱਕ ਸੁਪਰੀਮ ਕੋਰਟ ਦੇ ਜੱਜ ਅਤੇ ਸੁਪਰੀਮ ਕੋਰਟ ਦੇ ਲਾਇਰ ਨਾਲ ਗੱਲ ਹੋ ਰਹੀ ਸੀ, ਜਿਨ੍ਹਾਂ ਦਾ ਇਹ ਕਹਿਣਾ ਸੀ ਕਿ ਮੌਜੂਦਾ ਸਰਕਾਰ ਅਤੇ ਮੌਜੂਦਾ ਹਾਲਾਤ, ਮੌਜੂਦਾ ਸੋਚ ਦਾ ਅਸਰ ਜੱਜਾਂ ਤੇ ਵੀ ਵੇਖਣ ਨੂੰ ਮਿਲਦਾ ਵਾ। ਜਿਹੜੀ ਸੁਸਾਇਟੀ ਵਿੱਚ ਅਸੀਂ ਰਹਿੰਦੇ ਆ ਉਹੀ ਸੁਸਾਇਟੀ ਵਿੱਚ ਜੱਜ ਰਹਿੰਦੇ ਨੇ, ਤੇ ਥੋੜਾ ਬਹੁਤ ਅਸਰ ਅਸੀਂ ਇਹ ਨਹੀਂ ਕਹਿ ਸਕਦੇ ਕਿ ਹਰ ਕੋਰਟ ਦੇ ਫੈਸਲੇ ਨਿਰਪੱਖ ਹੁੰਦੇ ਆ। ਹੋ ਸਕਦਾ ਵਾ ਜੱਜ ਵੀ ਕਿ ਤਰੀਕੇ ਨਾਲ ਥੋੜਾ ਬਹੁਤ ਬਾਇਸਡ ਹੋਵੇ। ਸੀਪੀ ਸਿੰਘ ਜੀ। ਜੀ ਬਿਲਕੁਲ ਹਰਪ੍ਰੀਤ ਜੀ, ਇਹ ਸੱਚੀ ਗੱਲ ਹੈ ਕਿ ਉਹ ਪੂਰੇ ਬਾਹਰਲੇ ਮਾਹੌਲ ਦਾ ਜਿਹੜਾ ਜੱਜਾਂ ਦੀ ਕਾਰਵਾਈ ਦੇ ਉੱਪਰ ਜਾਂ ਜੱਜਾਂ ਦੇ ਡਿਸੀਜਨਸ ਦੇ ਉੱਪਰ ਬਿਲਕੁਲ ਅਸਰ ਪੈਂਦਾ ਹੈ। ਨਿਰਾ ਪੂਰਾ ਅਸਰ ਨਹੀਂ ਮੈਂ ਕਹੂੰਗਾ, ਲੇਕਿਨ ਅਸਰ ਜ਼ਰੂਰ ਪੈਂਦਾ। ਉਸਦਾ ਡਿਸੀਜਨ ਜਿਹੜੇ ਹੁੰਦੇ ਨੇ ਉਹਦੇ ਨਾਲ ਜ਼ਰੂਰ ਇਫੈਕਟ ਹੁੰਦੇ ਨੇ। ਬਟ ਜੇ ਅਸੀਂ ਦੇਖੀਏ ਕਿ ਜਿਵੇਂ ਸ਼ਬਦੀਪ ਜੀ ਨੇ ਕਿਹਾ ਕਿ ਅਸੀਂ ਉਸਨੂੰ ਚੈਲੰਜ ਨਹੀਂ ਕਰ ਸਕਦੇ, ਮੈਂ ਰਿਲੀਜੀਅਸ ਬਾਉਂਡਰੀ ਦੇ ਵਿੱਚ ਰਹਿ ਕੇ ਗੱਲ ਕੀਤੀ ਸੀ ਕਿ ਅਸੀਂ ਸੰਵਿਧਾਨਕ ਤੌਰ ਤੇ ਜਿਵੇਂ ਸ਼ਬਦੀਪ ਜੀ ਕਹਿ ਰਹੇ ਸੀ ਕਿ ਉਸ ਤਰ੍ਹਾਂ ਅਸੀਂ ਚੈਲੰਜ ਉਹਨੂੰ ਕਰ ਸਕਦੇ ਹਾਂ। ਲੇਕਿਨ ਜਿਵੇਂ ਤੁਸੀਂ ਹੁਣ ਗੱਲ ਕਰ ਰਹੇ ਹੋ ਕਿ ਤੁਹਾਡੀ ਕਿਸੇ ਨਾਲ ਗੱਲ ਵੀ ਕਰੀਏ ਅਸੀਂ ਬਾਹਰ ਸੁਪਰੀਮ ਕੋਰਟ ਦੇ ਜੱਜ ਨਾਲ ਜਾਂ ਲੋਅਰ ਕੋਰਟ ਦੇ ਕਿਸੇ ਜੱਜ ਨਾਲ, ਉਹ ਬਿਲਕੁਲ ਉਹਨਾਂ ਦਾ ਵੀ ਇਹ ਮੰਨਣਾ ਹੁੰਦਾ ਹੈ ਕਿ ਜਿਹੜੇ ਉਹ ਪੂਰੇ ਬਾਹਰ ਸੁਸਾਇਟੀ ਦੇ ਜਿਹੜੇ ਗੱਲਾਂ ਹੁੰਦੀਆਂ ਜਾਂ ਸੁਸਾਇਟੀ ਦਾ ਮਾਹੌਲ ਹੁੰਦਾ ਹੈ ਜਾਂ ਉਸ ਤਰ੍ਹਾਂ ਦੇ ਜਿਹੜੇ ਸਰਕਮਸਟੈਂਸਸ ਬਣ ਜਾਂਦੇ ਨੇ, ਜਾਂ ਮੈਂ ਇੱਥੇ ਗੱਲ ਹੋਰ ਕਹੂੰਗਾ ਜਿਹੜੇ ਪੋਲੀਟੀਕਲ ਪਾਰਟੀਆਂ ਦਾ ਜਿਹੜਾ ਇਨਫਲੂਐਂਸ ਹੁੰਦਾ ਜਾਂ ਜਿਹੜੀ ਰੂਲਿੰਗ ਗਵਰਨਮੈਂਟ ਦਾ ਇਨਫਲੂਐਂਸ ਹੁੰਦਾ ਹੈ, ਉਹਦੇ ਨਾਲ ਵੀ ਜਿਹੜੇ ਉਸ ਲੋਅਰ ਕੋਰਟ ਲੈ ਲਓ ਜਾਂ ਸੁਪਰੀਮ ਕੋਰਟ ਲੈ ਲਓ ਜਾਂ ਹਾਈ ਕੋਰਟ ਲੈ ਲਓ, ਉਹਨਾਂ ਦੇ ਜੱਜਿਸ ਦੇ ਜਿਹੜੇ ਡਿਸੀਜਨਸ ਹੈ ਉਹਦੇ ਤੇ ਥੋੜਾ ਬਹੁਤ ਉਹਦਾ ਇਨਫਲੂਐਂਸ ਜ਼ਰੂਰ ਰਹਿੰਦਾ ਹੈ। ਔਰ ਤੁਸੀਂ ਇਸ ਤੋਂ ਮੁਨਕਰ ਨਹੀਂ ਹੋ ਸਕਦੇ। ਜਿਸ ਤਰ੍ਹਾਂ
ਕੁਝ ਇੱਕ ਏਦਾਂ ਦੇ ਡਿਸੀਜਨਸ ਆਉਂਦੇ ਨੇ ਜਿਨ੍ਹਾਂ ਨੂੰ ਕਿ ਅਸੀਂ ਬਾਅਦ ਦੇ ਵਿੱਚ ਅਪੋਜ਼ ਵੀ ਕਰਦੇ ਆ ਔਰ ਇਹ ਜ਼ਰੂਰੀ ਨਹੀਂ ਹੁੰਦਾ ਕਿ ਜਿਹੜਾ ਉਸ ਦਾ ਸੁਪਰੀਮ ਕੋਰਟ ਦਾ ਡਿਸੀਜਨ ਹੈ ਉਸ ਨੂੰ ਅਸੀਂ ਧਾਰਮਿਕ ਡਿਸੀਜਨ ਮੰਨ ਕੇ ਜਾਂ ਇੱਕ ਫਾਈਨਲ ਡਿਸੀਜਨ ਮੰਨ ਕੇ ਉਸ ਨੂੰ ਮੰਨ ਲਈਏ। ਕਈ ਏਦਾਂ ਦੇ ਵੀ ਬੰਦੇ ਹੁੰਦੇ ਆ ਜਾਂ ਕਈ ਏਦਾਂ ਦੀਆਂ ਵੀ ਪਾਰਟੀਆਂ ਹੁੰਦੀਆਂ ਜਿਹੜੀਆਂ ਉਹਨੂੰ ਅਪੋਜ਼ ਕਰਨ ਦੇ ਵਿੱਚ ਅੱਗੇ ਆਉਂਦੀਆਂ। ਜਿਸ ਤਰ੍ਹਾਂ ਤੁਸੀਂ ਦੇਖੋ ਇਸੇ ਡਿਸੀਜਨ ਦੇ ਉੱਪਰ 3 ਜੱਜਾਂ ਦੀ ਡਿਸੀਜਨ ਜਿਹੜਾ ਸੀਗਾ ਉਹ ਫੈਸਲਾ ਸੀਗਾ ਜਾਂ ਸੋਚ ਸੀਗੀ ਉਹ ਡਿਫਰੈਂਟ ਸੀਗੀ, ਚਾਰਾਂ ਦੀ ਜਿਹੜੀ ਉਹ ਡਿਫਰੈਂਟ ਸੀ। ਉਸੇ ਤਰ੍ਹਾਂ ਆਫਟਰ ਡਿਸੀਜਨ ਜਿਹੜਾ ਇਹ ਪਬਲਿਕ ਹੋਇਆ ਉਸ ਤੋਂ ਬਾਅਦ ਕਿਸ ਤਰ੍ਹਾਂ ਦੀ ਇਹਦੀ ਆਪੋਜੀਸ਼ਨ ਆਉਂਦੀ ਹੈ ਔਰ ਕਿਹੜੇ ਕਿਹੜੇ ਇਸਦੇ ਪੱਖ ਦੇ ਵਿੱਚ ਜਾਂਦੇ ਆ, ਇਹ ਤਾਂ ਬਿਲਕੁਲ ਨੈਚੁਰਲ ਜੀ ਗੱਲ ਹੈ। ਬਟ ਅਸੀਂ ਇਸ ਨੂੰ ਬਿਲਕੁਲ ਫਾਈਨਲ ਨਹੀਂ ਮੰਨ ਸਕਦੇ। ਹਾਂ ਅਗਰ ਇਹ ਅੱਛੀ ਤਰ੍ਹਾਂ ਇੰਪਲੀਮੈਂਟ ਹੋ ਜਾਂਦਾ ਹੈ, ਕਿਉਂਕਿ ਕਾਫੀ ਸਟੇਟਮੈਂਟ ਇਦਾਂ ਦੀਆਂ ਵੀ ਆਈਆਂ ਕਿ ਫੈਸਲਾ ਅੱਛਾ ਹੈ ਲੇਕਿਨ ਇਸ ਨੂੰ ਇਹਦੀ ਇੰਪਲੀਮੈਂਟੇਸ਼ਨ ਕਿੱਦਾਂ ਹੁੰਦੀ ਹੈ ਉਸ ਦੇ ਉੱਪਰ ਕੁਐਸਚਨ ਅਰਾਈਜ਼ ਹੋ ਰਹੇ ਸੀਗੇ। ਸੋ ਬਿਲਕੁਲ ਇਹਦੀ ਵੀ ਆਪੋਜੀਸ਼ਨ ਜਿਹੜੀ ਹੈ ਮੈਨੂੰ ਲੱਗਦਾ ਹੈ ਕਿ ਅੱਜ ਸ਼ਾਮ ਤੱਕ ਜਾਂ ਕੱਲ ਸਵੇਰ ਤੱਕ ਕੋਈ ਨਾ ਕੋਈ ਪਾਰਟੀ ਜ਼ਰੂਰ ਕੋਈ ਇਦਾਂ ਦੀ ਪੀਏਐਲ ਦਾਇਰ ਕਰਨਗੀਆਂ ਜਿਸ ਨੂੰ ਕਿ ਇਸ ਦੇ ਵਿੱਚ ਉਹਨੂੰ ਦੁਬਾਰਾ ਸੋਚਣ ਤੇ ਮਜਬੂਰ ਕੀਤਾ ਜਾਵੇ। ਲੇਕਿਨ ਫਿਰ ਮੈਂ ਬਾਰ-ਬਾਰ ਦੁਹਰਾ ਰਿਹਾ ਇਹ ਜਿਹੜਾ ਫੈਸਲਾ ਹੈ ਬਹੁਤ ਵਧੀਆ ਔਰ ਸਾਡੇ ਦੇਸ਼ ਦੀ ਤਰੱਕੀ ਵਾਸਤੇ ਬਹੁਤ ਹੀ ਜ਼ਿਆਦਾ ਹੈਲਪਫੁਲ ਰਹੇਗਾ। ਓਕੇ, ਥੋੜਾ ਜਿਹਾ ਮੈਂ ਪੰਜਾਬ ਅਤੇ ਆਉਣ ਵਾਲੀਆਂ ਪੰਜਾਬ ਅਤੇ ਯੂਪੀ ਦੀ ਇਲੈਕਸ਼ਨ ਨਾਲ ਮਿਲਾ ਕੇ ਜ਼ਰੂਰ ਵੇਖਣਾ ਚਾਹੂੰਗਾ। ਜ਼ਿਆਦਾ ਫੋਕਸ ਮੈਂ ਪੰਜਾਬ ਤੇ ਰੱਖਣਾ ਚਾਹੂੰਗਾ। ਜੇ ਪੰਜਾਬ ਦੀ ਅਸੀਂ ਗੱਲ ਕਰੀਏ ਤੇ ਆਮ ਤੌਰ ਤੇ ਹੀ ਪੋਲੀਟੀਕਲ ਪਾਰਟੀਆਂ ਵੱਲੋਂ ਸਾਨੂੰ ਇਹ ਵੇਖਣ ਨੂੰ ਮਿਲ ਜਾਂਦਾ ਹੈ ਕਿ ਅਸੀਂ ਦਲਿਤ ਨੂੰ ਡਿਪਟੀ ਸੀਐਮ ਬਣਾਵਾਂਗੇ ਜਾਂ ਫਿਰ ਸਿੱਖ ਹੀ ਸਾਡੀ ਪਾਰਟੀ ਦਾ ਸੀਐਮ ਕੈਂਡੀਡੇਟ ਹੋਊਗਾ। ਇਸ ਫੈਸਲੇ ਦੇ ਅਨੁਸਾਰ ਕੀ ਇਹ ਚੀਜ਼ਾਂ ਵੀ ਇਲੀਗਲ ਹੋਣਗੀਆਂ? ਉਹ ਪਾਰਟੀਆਂ ਜੋ ਇਹ ਦਾਵਾ ਕਰਦੀਆਂ ਨੇ ਦਲਿਤ ਸਾਡਾ ਡਿਪਟੀ ਚੀਫ ਮਿਨਿਸਟਰ ਹੋਊਗਾ ਜਾਂ ਫਿਰ ਸਿੱਖ ਹੀ ਸਾਡਾ ਚੀਫ ਮਿਨਿਸਟਰ ਦਾ ਕੈਂਡੀਡੇਟ ਹੋਊਗਾ, ਕੀ ਉਹ ਵੀ ਗਲਤ ਹੋਊਗਾ? ਬਿਲਕੁਲ ਜੀ, ਜੇ ਕਾਨੂੰਨ ਦੇ ਦਾਇਰੇ 'ਚ ਰਹਿ ਕੇ ਗੱਲ ਕਰੀਏ ਤਾਂ ਇਸ ਫੈਸਲੇ ਨਾਲ ਜੋੜ ਕੇ ਗੱਲ ਕਰੀਏ ਤੇ ਆਮ ਆਦਮੀ ਪਾਰਟੀ ਦਾ ਗਲਤ ਹੀ ਸਾਡਾ ਡਿਪਟੀ ਸੀਐਮ ਹੋਏਗਾ ਐਲਾਨ ਕਰਨਾ ਇੱਕ ਤਰ੍ਹਾਂ ਨਾਲ ਗੈਰ ਸੰਵਿਧਾਨਕ ਐਲਾਨ ਬਣ ਜਾਂਦਾ। ਬਿਲਕੁਲ ਉਸੇ ਤਰ੍ਹਾਂ ਜਿੱਥੇ ਕੈਪਟਨ ਅਮਰਿੰਦਰ ਸਿੰਘ ਜੀ ਗੁਟਕੇ ਦੇ ਉੱਤੇ ਸਿਰ ਰੱਖ ਕੇ ਸਟੇਜ ਦੇ ਉੱਤੇ ਸਹੁੰ ਖਾਂਦੇ ਨੇ ਤਾਂ ਉਹ ਵੀ ਇੱਕ ਤਰ੍ਹਾਂ ਨਾਲ ਇੱਕ ਗੈਰ ਕਾਨੂੰਨੀ ਚੀਜ਼ ਬਣ ਜਾਏਗੀ। ਪਰ ਸਵਾਲ ਫਿਰ ਅੱਗੇ ਜਾ ਕੇ ਪੈਦਾ ਹੁੰਦਾ ਕਿ ਤੁਸੀਂ ਕਿਸ ਹੱਦ ਤੱਕ ਜਾ ਕੇ ਇਹਨਾਂ ਚੀਜ਼ਾਂ ਨੂੰ ਰੋਕ ਸਕੋਗੇ ਪ੍ਰੈਕਟੀਕਲੀ। ਅਸੀਂ ਮਲੂਕਾ ਦੇ ਦਫ਼ਤਰ ਵੇਲੇ ਗਲਤ ਕਿਸਮ ਦੀ ਜਦੋਂ ਅਰਦਾਸ ਹੋਊਗੀ ਤਾਂ ਉਹਨੂੰ ਇਸ਼ੂ ਬਣਾ ਲਿਆ, ਪਰ ਜੇ ਸੱਚਮੁੱਚ ਉੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਕੇ ਅਰਦਾਸ ਕਰ ਦਿੱਤੀ ਜਾਂਦੀ ਕੀ ਅਸੀਂ ਇਸੇ ਤਰ੍ਹਾਂ ਉਹਨੂੰ ਗੈਰ ਸੰਵਿਧਾਨਕ ਕਹਿ ਸਕਦੇ ਜਾਂ ਇਸੇ ਤਰ੍ਹਾਂ ਉਹਦੇ ਖਿਲਾਫ ਵੀ ਅਸੀਂ ਇਸੇ ਤਰ੍ਹਾਂ ਉੱਠ ਕੇ ਖੜੇ ਹੋ ਸਕਦੇ ਕਿ ਉੱਥੇ ਧਰਮ ਦੀ ਦੁਰਵਰਤੋਂ ਕੀਤੀ ਗਈ ਆ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਕੇ? ਇੰਨਾ ਆਸਾਨ ਮਾਮਲਾ ਨਹੀਂ ਆ ਇਹਨਾਂ ਚੀਜ਼ਾਂ ਨੂੰ ਨਜਿੱਠਣ ਦਾ। ਪਰ ਜੇ ਕੋਰਟ ਇਸ ਤਰੀਕੇ ਨੂੰ ਅਪਣਾਉਣ ਦਾ ਯਤਨ ਕਰੇ, ਉਹਦੇ ਉੱਤੇ ਲੋਕ ਪਹਿਰੇਦਾਰੀ ਕਰਨ, ਤਾਂ ਮੇਰਾ ਖਿਆਲ ਹੈ ਕਿ ਅਸੀਂ ਕਿਸੇ ਹੱਦ ਤੱਕ ਜਿਹੜੀਆਂ ਗਲਤ ਧਾਰਨਾਵਾਂ ਪੈਦਾ ਹੋ ਜਾਂਦੀਆਂ ਜਿਨ੍ਹਾਂ ਨੂੰ ਮੁੜ ਕੇ ਬਾਅਦ ਦੇ ਵਿੱਚ ਇਸਤੇਮਾਲ ਕੀਤਾ ਜਾਂਦਾ ਉਹਨਾਂ ਨੂੰ ਰੋਕਣ ਦੇ ਵਿੱਚ ਜ਼ਰੂਰ ਸਹਾਈ ਹੋ ਸਕਦੇ ਹਾਂ। ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਨਾਮ ਆ, ਮੈਂ ਇਹ ਨਹੀਂ ਕਹਿੰਦਾ ਕਿ ਉਹ ਸਿੱਖ ਨਾਮ ਆ, ਪਰ ਇਹ ਵੀ ਨਹੀਂ ਕਹਿੰਦਾ ਕਿ ਉਹ ਜਦੋਂ ਉਹਦੀ ਸਥਾਪਨਾ ਹੋ ਚੁੱਕੀ ਆ ਤੇ ਹੁਣ ਉਹਦੇ ਤੇ ਕੋਈ ਪਾਬੰਦੀ ਲਾ ਸਕਦਾ ਕਿ ਤੁਸੀਂ ਆਪਣਾ ਇਹ ਨਾਂ ਨਾ ਰੱਖੋ। ਅਕਾਲੀ ਦਲ ਦੇ ਵਿੱਚ ਤਾਂ ਫਿਰ ਵੀ ਬਹੁਤ ਜ਼ਿਆਦਾ ਸਿੱਧੀ ਭਾਵਨਾ ਨਹੀਂ ਆਉਂਦੀ। ਅਕਾਲ ਨਾਲ ਜੋੜ ਕੇ ਤੁਸੀਂ ਇਹ ਕਹਿ ਸਕਦੇ ਹੋ ਕਿ ਇਹ ਆਪਣੇ ਆਪ ਦੇ ਵਿੱਚ ਇੱਕ ਸੈਕੂਲਰ ਚੀਜ਼ ਹੈ, ਪਰ ਮੁਸਲਿਮ ਲੀਗ ਬਣ ਜਾਂਦੀ ਹੈ, ਬਿਲਕੁਲ ਸਿੱਧੀ ਧਾਰਮਿਕ ਤੌਰ ਦੇ ਉੱਤੇ ਬਣ ਜਾਂਦੀ ਹੈ। ਪਰ ਜਦੋਂ ਦੇਸ਼ ਦੇ ਵਿੱਚ ਰਜਿਸਟ੍ਰੇਸ਼ਨ ਤੁਸੀਂ ਇੱਕ ਵਾਰ ਕਰ ਚੁੱਕੇ ਹੋ ਤਾਂ ਮੇਰਾ ਵੀ ਖਿਆਲ ਕਿ ਅਸੀਂ ਇਹਨਾਂ ਚੀਜ਼ਾਂ ਨੂੰ ਰੋਕ ਸਕਾਂਗੇ। ਅਗਲੀ ਗੱਲ ਇਹ ਹੈ ਜੀ ਕਿ ਸਿਰਫ ਧਰਮ ਜਾਤ ਦੇ ਨਾਂ ਤੇ ਹੀ ਕਿਉਂ, ਜੇ ਕੋਈ ਦੇਸ਼ ਦੇ ਨਾਂ ਦੇ ਉੱਤੇ ਵੀ ਗਲਤ ਫੈਸਲਾ ਕੋਰਟ ਦੇ ਵੱਲੋਂ ਆਉਂਦਾ ਤਾਂ ਲੋਕੀ ਉਹਨੂੰ ਵੀ ਚੈਲੰਜ ਕਰਦੇ ਆ। ਹਾਲਾਂਕਿ ਇਸ ਮਾਮਲੇ ਨਾਲ ਉਹਦਾ ਸਿੱਧਾ ਸੰਬੰਧ ਨਹੀਂ, ਪਰ ਤੁਹਾਨੂੰ ਯਾਦ ਹੋਏਗਾ ਜਦੋਂ ਅਫਜ਼ਲ ਗੁਰੂ ਦੀ ਫਾਂਸੀ ਦਾ ਮਾਮਲਾ ਉੱਠ ਕੇ ਸਾਹਮਣੇ ਆਇਆ ਸੀ ਤੇ ਉਹਦੇ ਉੱਤੇ ਲਗਾਤਾਰ ਕਈ ਸਾਲ ਬਹਿਸ ਹੁੰਦੀ ਰਹੀ ਸੀ, ਈਵਨ ਫਾਂਸੀ ਤੋਂ ਪਹਿਲਾਂ ਵੀ ਬਹਿਸ ਹੁੰਦੀ ਰਹੀ ਸੀ ਕਿ ਇਹ ਇੱਕ ਕਾਨੂੰਨੀ ਤਰੀਕੇ ਦੇ ਨਾਲ ਕੀਤਾ ਗਿਆ ਕਤਲ ਹੈ, ਕਿਉਂਕਿ ਉਹਦੇ ਵਿੱਚ ਇਹ ਕਿਹਾ ਗਿਆ ਕਿ ਦੇਸ਼ ਦੀ ਕੋਰਟ ਅਸੈਂਬਲੀ ਦੇ ਉੱਤੇ ਜਾਂ ਦੇਸ਼ ਦੀ ਪਾਰਲੀਮੈਂਟ ਤੇ ਅਟੈਕ ਹੋਇਆ, ਇਸ ਕਰਕੇ ਕੋਰਟ ਨੂੰ ਇਹ ਸਜ਼ਾ ਦੇਣੀ ਪਏਗੀ, ਭਾਵੇਂ ਕਿ ਉਹਨਾਂ ਕੋਲੇ ਬਹੁਤ ਠੋਸ ਸਬੂਤ ਨਹੀਂ ਹੈ। ਦੇਸ਼ ਦੇ ਨਾਂ ਦੇ ਉੱਤੇ ਵੀ ਜੇ ਕੋਈ ਏਦਾਂ ਦਾ ਗਲਤ ਫੈਸਲਾ ਹੋਏਗਾ ਤੇ ਮੇਰੇ ਖਿਆਲ ਮੁਤਾਬਕ, ਸੰਵਿਧਾਨ ਮੁਤਾਬਕ ਅਸੀਂ ਉਹਨੂੰ ਵੀ ਚੈਲੰਜ ਕਰ ਸਕਦੇ ਹਾਂ। ਤਾਂ ਧਰਮ ਤਾਂ ਉਸ ਤੋਂ ਅਲੱਗ ਚੀਜ਼ ਹੈ, ਦੇਸ਼ ਦੇ ਨਾਂ ਦੇ ਉੱਤੇ ਵੀ ਏਦਾਂ ਦਾ ਫੈਸਲਾ ਜੇ ਕੋਈ ਕਰਦਾ ਤੇ ਉਹ ਰੋਂਗ ਹੋਏਗਾ। ਔਰ ਮੇਰਾ ਖਿਆਲ ਹੈ
ਹੈ ਕਿ ਕੋਈ ਨਾ ਕੋਈ ਜ਼ਰੂਰ ਚੈਲੰਜ ਕਰੇਗਾ। ਦਲਿਤ ਸੀ, ਡਿਪਟੀ ਸੀਐਮ ਵਾਲੇ ਮਾਮਲੇ ਨੂੰ ਵੀ, ਗੁਟਕਾ ਸਾਹਿਬ ਦੇ ਉੱਤੇ ਕਸਮ ਖਾਣ ਵਾਲੇ ਮਾਮਲੇ ਨੂੰ ਵੀ ਜ਼ਰੂਰ ਕੋਈ ਨਾ ਕੋਈ ਚੈਲੰਜ ਕਰ ਸਕਦਾ, ਔਰ ਮੇਰੇ ਮੁਤਾਬਕ ਕਰਨਾ ਚਾਹੀਦਾ। ਤੁਸੀਂ ਘੱਟੋ ਘੱਟ ਚੋਣਾਂ ਦੇ ਦੌਰਾਨ ਏਦਾਂ ਦੀਆਂ ਚੀਜ਼ਾਂ ਉਦੋਂ ਜ਼ਰੂਰ ਰੁਕ ਜਾਣਗੀਆਂ ਜੇ ਅਸੀਂ ਇਹਨਾਂ ਚੀਜ਼ਾਂ ਨੂੰ ਅੱਜ ਚੈਲੰਜ ਕਰਦੇ। ਹੋ ਸਕਦਾ ਇਹਨਾਂ ਦੇ ਆਧਾਰ ਦੇ ਉੱਤੇ ਕੈਪਟਨ ਸਾਹਿਬ ਨੂੰ, ਕੇਜਰੀਵਾਲ ਨੂੰ ਕੋਈ ਸਜ਼ਾ ਨਾ ਵੀ ਮਿਲੇ, ਪਰ ਕਮ ਸੇ ਕਮ ਉਹ ਅਗਲੇ ਜਿਹੜੇ ਦਿਨ ਹੋਣਗੇ ਉਹ ਰੁਕ ਜਾਣਗੇ। ਔਰ ਯੂਪੀ ਦੇ ਵਿੱਚ ਖਾਸ ਕਰਕੇ ਇਹਨਾਂ ਚੀਜ਼ਾਂ ਦੀ ਜ਼ਰੂਰਤ ਰਹੇਗੀ, ਜਿੱਥੇ ਤੁਸੀਂ ਗਾਂ ਦੇ ਮੁੱਦੇ ਨੂੰ ਉਠਾ ਲੈਂਦੇ ਹੋ, ਮੰਦਿਰ ਦੇ ਮੁੱਦੇ ਨੂੰ ਉਠਾ ਲੈਂਦੇ ਹੋ, ਫਿਰ ਕੁਦਰਤੀ ਗੱਲ ਹੈ ਕਿ ਉੱਥੇ ਤੁਸੀਂ ਪੋਲਰਾਈਜੇਸ਼ਨ ਕਰਦੇ ਹੋ ਧਾਰਮਿਕ ਆਧਾਰ ਦੇ ਉੱਤੇ, ਔਰ ਬਹੁਤਾ ਫਾਇਦਾ ਲੈਂਦੇ ਹੋ। ਪਿਛਲੀ ਵਾਰ ਪਾਰਲੀਮੈਂਟ ਦੀਆਂ ਚੋਣਾਂ 'ਚ ਵੀ ਬਹੁਤ ਜ਼ਬਰਦਸਤ ਪੋਲਰਾਈਜੇਸ਼ਨ ਕੀਤੀ ਗਈ। ਜੰਮੂ ਕਸ਼ਮੀਰ ਦੀਆਂ ਚੋਣਾਂ ਦੇ ਵਿੱਚ ਪੋਲਰਾਈਜ਼ ਇਸ ਤਰੀਕੇ ਦੇ ਨਾਲ ਕਰ ਦਿੱਤਾ ਗਿਆ ਕਿ ਜੰਮੂ ਵਾਲੇ ਪਾਸੇ ਦੇ ਲੋਕ ਭਾਰਤੀ ਜਨਤਾ ਪਾਰਟੀ ਵੱਲ ਨੂੰ ਝੁਕ ਗਏ, ਤੇ ਸ਼੍ਰੀਨਗਰ ਤੋਂ ਪਾਰ ਵਾਲੇ, ਜਿਨ੍ਹਾਂ ਨੂੰ ਅਸੀਂ ਸਹੀ ਅਰਥਾਂ ਦੇ ਵਿੱਚ ਵਾਦੀ ਕਹਿ ਸਕਦੇ ਹਾਂ, ਉੱਥੇ ਜਾ ਕੇ ਲੋਕੀ PDP ਦੇ ਨਾਲ ਚਲੇ ਗਏ, ਔਰ ਗਏ ਦੋਨਾਂ ਥਾਵਾਂ ਦੇ ਉੱਤੇ ਧਾਰਮਿਕ ਆਧਾਰ ਦੇ ਉੱਤੇ। ਤਕਨੀਕੀ ਤੌਰ ਤੇ ਬੇਸ਼ੱਕ ਉਹਨਾਂ ਨੇ ਵੀ ਸੈਕੂਲਰ ਸੰਵਿਧਾਨ ਦੇ ਤਹਿਤ ਹੀ ਚੋਣ ਲੜੀ ਸੀ। ਥੋੜੀ ਜੀ ਮੈਂ ਗੱਲ ਕਰਨਾ ਚਾਹੂੰਗਾ, ਇੱਥੇ ਸੀ ਪਾਰਟੀਆਂ ਵੱਲੋਂ ਐਲਾਨ ਕਰਨਾ ਕਿ ਸੀਐਮ ਦਾ ਚਿਹਰਾ ਜਾਂ ਫਿਰ ਡਿਪਟੀ ਸੀਐਮ ਦਾ ਚਿਹਰਾ, ਪਰ ਉਹਨਾਂ ਪਾਰਟੀਆਂ ਬਾਰੇ ਕੀ ਕਹੋਗੇ ਜਿਹੜਾ ਪਾਰਟੀਆਂ ਬਾਰ-ਬਾਰ ਐਲਾਨ ਕਰਦੀਆਂ ਕਿ ਅਸੀਂ ਦਲਿਤਾਂ ਦੀ ਪਾਰਟੀ ਆ ਤੇ ਦਲਿਤ ਵੋਟ ਬੈਂਕ ਨੂੰ ਆਪਣੇ ਵੱਲ ਕਰਨ ਦੀ ਕੋਸ਼ਿਸ਼ ਕਰਦੀਆਂ ਨੇ? ਸੀਪੀ ਸਿੰਘ ਜੀ। ਹਰਪ੍ਰੀਤ ਜੀ, ਉਹੀ ਗੱਲ ਆ ਗਈ ਹੈ ਕਿ ਜਿਵੇਂ ਸਰਸ਼ਬਦੀਪ ਜੀ ਕਹਿ ਰਹੇ ਕਿ ਨਾਮ ਰੱਖਣਾ ਔਰ ਨਾਮ ਨੂੰ ਬਦਲਣਾ ਬਹੁਤ ਔਖਾ ਹੈ। ਔਖੀ ਤਾਂ ਚੀਜ਼ ਹੁੰਦੀ ਹੈ, ਲੇਕਿਨ ਅੱਛੀ ਤਰ੍ਹਾਂ ਜੇ ਇੰਪਲੀਮੈਂਟ ਕਰ ਦਿੱਤੀ ਜਾਵੇ ਤਾਂ ਸ਼ਾਇਦ ਨਾਮ ਬਦਲਣ ਦੀ ਗੱਲ ਨਹੀਂ ਕਰ ਰਿਹਾ, ਜਿੱਦਾਂ ਕਿ ਸਬਦੀਪ ਜੀ ਨੇ ਕਿਹਾ ਨਾਮ ਤੇ ਆਲਰੇਡੀ ਰਜਿਸਟਰਡ ਹੋ ਚੁੱਕਿਆ ਵਾ। ਹੋ ਸਕਦਾ ਹੈ ਕਿ ਇਲੈਕਸ਼ਨ ਕਮਿਸ਼ਨ ਹੁਣ ਨਾਮ ਨਾ ਪਾਰਟੀਆਂ ਦੇ ਬਦਲਵਾ ਸਕੇ, ਪਰ ਬਾਰ-ਬਾਰ ਸਟੇਜਾਂ ਤੋਂ ਅਨਾਉਂਸ ਹੋਣਾ ਕਿ ਅਸੀਂ ਦਲਿਤਾਂ ਦੀ ਪਾਰਟੀ ਹੈ। ਤੇ ਸੀਪੀ ਸਿੰਘ ਜੀ, ਮੇਰਾ ਕੱਲਾ ਇਸ਼ਾਰਾ ਬੀਐਸਪੀ ਵੱਲ ਨਹੀਂ ਸੀ, ਇਦਾਂ ਦੀ ਘੋਸ਼ਣਾ ਕਈ ਪਾਰਟੀਆਂ ਵੱਲੋਂ ਕੀਤੀ ਜਾਂਦੀ ਆ। ਇੱਕ ਵੀ ਐਸੀ ਪਾਰਟੀ ਨਹੀਂ ਆ ਜਿਹਨੇ ਇਦਾਂ ਦੀ ਘੋਸ਼ਣਾ ਸਟੇਜਾਂ ਤੋਂ ਨਾ ਕੀਤੀ ਹੋਵੇ। ਤੁਸੀਂ ਚਾਹੇ ਬੀਜੇਪੀ ਹੋਵੇ, ਚਾਹੇ ਆਮ ਆਦਮੀ ਪਾਰਟੀ ਹੋਵੇ, ਕਾਂਗਰਸ ਹੋਵੇ, ਅਕਾਲੀ ਦਲ ਹੋਵੇ, ਜਿੰਨੀਆਂ ਪਾਰਟੀਆਂ ਨੇ, ਹਰ ਪਾਰਟੀ ਵੱਲੋਂ ਇਹੀ ਦਾਅਵਾ ਕੀਤਾ ਜਾਂਦਾ ਕਿ ਅਸੀਂ ਦਲਿਤਾਂ ਦੀ ਪਾਰਟੀ ਆ, ਅਸੀਂ ਦਲਿਤਾਂ ਦੇ ਹੱਕਾਂ ਦੀ ਰੱਖਿਆ ਕਰਦੇ ਆ। ਤੇ ਕੀ ਇਹ ਦਾਅਵੇ ਕਰਨਾ ਵੀ ਇਲੀਗਲ ਹੋਊਗਾ? ਬਿਲਕੁਲ ਹੋਊਗਾ ਜੀ। ਇਹੀ ਚੀਜ਼ ਨੂੰ ਤਾਂ ਦੂਰ ਕਰਨ ਵਾਸਤੇ ਇਹੋ ਜਿਹੇ ਫੈਸਲੇ ਔਰ ਇਹੋ ਜਿਹੀਆਂ ਗੱਲਾਂ ਜਦੋਂ ਸਟੇਜ ਤੋਂ ਹੁੰਦੀਆਂ ਕਿਸੇ ਇੱਕ ਰਿਲੀਜਨ ਦੇ ਲਈ ਜਾਂ ਕਿਸੇ ਇੱਕ ਰਿਲੀਜਨ ਨੂੰ ਨਾਲ ਲੈ ਕੇ ਅਸੀਂ ਚੱਲਦੇ ਆ ਜਾਂ ਇੱਕ ਕਮਿਊਨਿਟੀ ਦੀ ਗੱਲ ਕਰਦੇ ਆ, ਉਸ ਚੀਜ਼ ਨੂੰ ਰੋਕਣ ਵਾਸਤੇ, ਉਸ ਚੀਜ਼ ਨੂੰ ਠੱਲ ਪਾਉਣ ਵਾਸਤੇ ਹੀ ਇਹ ਸੁਪਰੀਮ ਕੋਰਟ ਨੇ ਫੈਸਲਾ ਕੀਤਾ। ਔਰ ਮੈਂ 100% ਮੰਨਦਾ ਇਸ ਚੀਜ਼ ਨੂੰ, ਔਰ 100% ਸ਼ੋਰ ਆ ਕਿ ਅਗਰ ਇਹ ਚੀਜ਼ ਇਲੈਕਸ਼ਨ ਕਮਿਸ਼ਨ ਵੀ ਪ੍ਰੋਪਰ ਇੰਪਲੀਮੈਂਟ ਕਰ ਦਿੰਦਾ ਹੈ ਗਰਾਊਂਡ ਲੈਵਲ ਦੇ ਉੱਪਰ, ਚਾਹੇ ਉਹ ਵੱਡੀ ਰੈਲੀ ਹੋਵੇ ਚਾਹੇ ਉਹ ਛੋਟੀ ਰੈਲੀ ਹੋਵੇ, ਜਦੋਂ ਵੀ ਇਦਾਂ ਦੀਆਂ ਸਟੇਟਮੈਂਟਾਂ ਦਿੱਤੀਆਂ ਜਾਣ ਉਸ ਨੂੰ ਰੋਕਿਆ ਜਾਵੇ ਔਰ ਉਸ ਤੇ ਕੁਝ ਇਦਾਂ ਦੀ ਪਨਿਸ਼ਮੈਂਟ ਰੱਖੀ ਜਾਵੇ, ਚਾਹੇ ਉਹ ਮੋਨਿਟਰੀ ਹੋਵੇ, ਚਾਹੇ ਉਹ ਕਿਸੇ ਵੀ ਤਰ੍ਹਾਂ ਦੀ ਉਹਨਾਂ ਦੀ ਰੈਲੀਆਂ ਤੇ ਰੋਕ ਦੀ ਹੋਵੇ। ਇਸ ਤਰ੍ਹਾਂ ਦੀ ਚੀਜ਼ ਨੂੰ ਅਗਰ ਅਸੀਂ ਇੰਪਲੀਮੈਂਟ ਕਰ ਦਾਂਗੇ ਤਾਂ ਕੋਈ ਵੀ ਪਾਰਟੀ ਸਟੇਜ ਦੇ ਉੱਪਰ ਇਦਾਂ ਦੀਆਂ ਸਟੇਟਮੈਂਟਾਂ ਨਹੀਂ ਦੇਗੀ ਔਰ ਇਸ ਸਟੇਟਮੈਂਟ ਦੇਣ ਤੋਂ ਗੁਰੇਜ਼ ਕਰੇਗੀ ਹਰ ਚੀਜ਼। ਕਿਉਂਕਿ ਦੇਖੋ, ਜਦੋਂ ਅਸੀਂ ਇਹ ਗੱਲ ਕਰਦੇ ਹਾਂ ਕਿ ਸਾਡਾ ਡਿਪਟੀ ਸੀਐਮ ਦਲਿਤ ਹੋਏਗਾ ਜਾਂ ਸਾਡਾ ਸੀਐਮ ਜਿਹੜਾ ਉਹ ਜੱਟ ਕਮਿਊਨਿਟੀ ਤੋਂ ਹੋਏਗਾ, ਤਾਂ ਉਹ ਇੱਕ ਕਮਿਊਨਿਟੀ ਸੈਂਟਰਿਕ ਗੱਲ ਕਰਦੇ ਹਾਂ। ਅਸੀਂ ਉਸ ਕਮਿਊਨਿਟੀ ਨੂੰ ਤੁਸੀਂ ਕਹਿ ਲਓ ਕਿ ਇੰਪ੍ਰੈਸ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਉਹਨਾਂ ਦੇ ਵੋਟ ਬੈਂਕ ਨੂੰ ਕੈਪਚਰ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਇਸੇ ਚੀਜ਼ ਨੂੰ ਰੋਕਣ ਲਈ ਸੁਪਰੀਮ ਕੋਰਟ ਦਾ ਇਹ ਫੈਸਲਾ ਆਇਆ। ਔਰ ਮੈਂ ਇਹ ਮੰਨਦਾ ਕਿ ਜਦੋਂ ਤੁਸੀਂ ਦੇਖੋਗੇ ਆਉਣ ਵਾਲੀਆਂ ਇਲੈਕਸ਼ਨ ਰੈਲੀਜ਼ ਦੇ ਵਿੱਚ, ਚਾਹੇ ਉਹ ਡੋਰ ਟੂ ਡੋਰ ਕੈਂਪੇਨਿੰਗ ਵੀ ਹੋਵੇ, ਚਾਹੇ ਉਹ ਛੋਟੀ ਰੈਲੀ ਹੋਵੇ, ਚਾਹੇ ਉਹ ਵੱਡੀ ਰੈਲੀ ਹੋਵੇ, ਅਗਰ ਇਹ ਚੀਜ਼ ਇੰਪਲੀਮੈਂਟ ਹੋ ਜਾਂਦੀ ਹੈ ਤਾਂ ਇਸ ਚੀਜ਼ ਤੋਂ ਗੁਰੇਜ਼ ਕਰਨਗੇ। ਔਰ ਜੇ ਉਹ ਇਸ ਚੀਜ਼ ਤੋਂ ਗੁਰੇਜ਼ ਕਰਨਗੇ ਤਾਂ ਸ਼ਾਇਦ ਸਹੀ ਨੇਤਾ ਸਾਨੂੰ ਪੰਜਾਬ ਨੂੰ ਮਿਲ ਸਕੇ। ਹੁਣ ਥੋੜਾ ਜਿਹਾ ਰਾਜ ਕਰ ਰਹੀਆਂ ਪਾਰਟੀ ਬਾਰੇ ਜ਼ਰੂਰ ਗੱਲ ਕਰਾਂਗੇ। ਜੇ ਇਹਨਾਂ ਪਾਰਟੀਆਂ ਦੀ ਗੱਲ ਕਰੇ, ਕਿਉਂਕਿ ਸੁਪਰੀਮ ਕੋਰਟ ਨੇ ਇਹ ਵੀ ਕਿਹਾ ਹੈ ਕਿ ਜੋ ਗਵਰਨਮੈਂਟ ਸੈਕੂਲਰ ਸਟੇਟ ਵਿੱਚ ਜੋ ਗਵਰਨਮੈਂਟ ਆ ਉਹਦਾ ਕਿਸੇ ਵੀ ਧਰਮ ਨਾਲ ਲੈਣਾ ਦੇਣਾ ਨਹੀਂ ਹੋਣਾ ਚਾਹੀਦਾ, ਕਿਉਂਕਿ ਸੈਕੂਲਰ ਸਟੇਟ ਵਿੱਚ ਗਵਰਨਮੈਂਟ ਨੂੰ ਸੈਕੂਲਰ ਲਿਹਾਜ਼ੇ ਨਾਲ ਹੀ ਕੰਮ ਕਰਨਾ ਚਾਹੀਦਾ। ਪਰ ਮੈਂ ਸੀਐਮ ਪ੍ਰਕਾਸ਼ ਸਿੰਘ ਬਾਦਲ ਦੀ ਤੀਰਥ ਯਾਤਰਾ ਦੇ ਨਾਂ ਤੇ ਚਲਾਈ ਹੋਈ ਵੋਟ ਬੈਂਕ ਨੂੰ ਆਪਣੇ ਵੱਲ ਕਰਨ ਦੀ ਜੋ ਮੁਹਿੰਮ ਆ, ਕੀ ਇਸ ਚੀਜ਼ ਨੂੰ ਵੀ ਸੁਪਰੀਮ ਕੋਰਟ ਜਾਂ ਇਲੈਕਸ਼ਨ ਕਮਿਸ਼ਨ ਨੂੰ ਦੇਖਣਾ ਚਾਹੀਦਾ ਹੈ? ਦੂਜੇ ਪਾਸੇ ਜੇ ਦੂਜੀ ਪੋਲੀਟੀਕਲ ਪਾਰਟੀਆਂ ਦੀ ਗੱਲ ਕਰੀਏ ਤੇ ਹਰ ਸਮੁਦਾਇ ਨੂੰ ਆਪਣੇ ਵੱਲ ਖਿੱਚਣ ਵਾਸਤੇ ਮੂਰਤੀਆਂ ਦੀ ਸਥਾਪਨਾ ਕਰਨਾ ਜਾਂ ਮੰਦਿਰਾਂ ਦੀ ਸਥਾਪਨਾ ਕਰਨਾ ਜਾਂ ਫਿਰ ਹੋਰ ਮੰਦਿਰ ਜਾਂ
ਮੰਦਿਰ ਗੁਰਦੁਆਰੇ ਮਸਜਿਦਾਂ ਨੂੰ ਦਾਨ ਦੇਣਾ ਜਾਂ ਉਹਨਾਂ ਨੂੰ ਫੈਸਿਲਿਟੀ ਦੇਣਾ ਸਿਰਫ ਵੋਟ ਬੈਂਕ ਲਗਾਉਣ ਵਾਸਤੇ, ਕੀ ਉਹ ਗਲਤ ਨਹੀਂ ਹੈ? ਜੇ ਕੋਰਟ ਉਹਨੂੰ ਨਹੀਂ ਰੋਕਦਾ ਤੇ ਇਲੈਕਸ਼ਨ ਵਿੱਚ ਕੀਤੀ ਜਾਣ ਵਾਲੀ ਪ੍ਰੈਕਟਿਸ ਨੂੰ ਰੋਕਣਾ ਕਿੰਨਾ ਪੋਸੀਬਲ ਆ ਇਲੈਕਸ਼ਨ ਕਮਿਸ਼ਨ ਵਾਸਤੇ? ਹਰਪ੍ਰੀਤ ਜੀ, ਜੇ ਭਾਰਤੀ ਸੰਵਿਧਾਨ ਦੇ ਦਾਇਰੇ 'ਚ ਰਹਿ ਕੇ ਗੱਲ ਕਰੀਏ ਤੇ ਆਪਾਂ ਤੁਹਾਨੂੰ ਯਾਦ ਹੋਏਗਾ ਇਸੇ ਮੁੱਦੇ ਦੇ ਉੱਤੇ ਪਹਿਲਾਂ ਵੀ ਚਰਚਾ ਕਰ ਚੁੱਕੇ ਹਾਂ। ਮੈਂ ਸ਼ੁਰੂ ਤੋਂ ਇਹ ਕਹਿੰਦਾ ਰਿਹਾ ਕਿ ਇਹ ਧਾਰਮਿਕ ਆਧਾਰ ਦੇ ਉੱਤੇ ਕੀਤੀਆਂ ਜਾ ਰਹੀਆਂ ਜਿਹੜੀਆਂ ਸਾਰੀਆਂ ਦੀਆਂ ਸਾਰੀਆਂ ਕਾਰਵਾਈਆਂ ਨੇ ਸ਼੍ਰੋਮਣੀ ਅਕਾਲੀ ਦਲ, ਭਾਰਤੀ ਜਨਤਾ ਪਾਰਟੀ ਦੀ, ਪੰਜਾਬ ਸਰਕਾਰ ਦੀਆਂ, ਇਹ ਇੱਕ ਤਰ੍ਹਾਂ ਦੇ ਨਾਲ ਗੈਰ ਸੰਵਿਧਾਨਕ ਨੇ। ਔਰ ਇਹਨਾਂ ਨੂੰ ਗੈਰ ਸੰਵਿਧਾਨਕ ਚੀਜ਼ਾਂ ਨੂੰ ਸਾਂਝ ਦੇ ਆਧਾਰ ਦੇ ਉੱਤੇ ਦਿਖਾਉਣ ਦੇ ਲਈ ਯਤਨ ਫਿਰ ਇਹ ਕੀਤੇ ਜਾਂਦੇ ਨੇ ਕਿ ਅਸੀਂ ਮੰਦਿਰਾਂ ਨੂੰ ਵੀ ਸਪੋਰਟ ਕਰ ਰਹੇ ਹਾਂ, ਅਸੀਂ ਹਿੰਦੂ ਧਰਮ ਨੂੰ ਵੀ ਸਪੋਰਟ ਕਰ ਰਹੇ ਹਾਂ। ਪੰਜਾਬ ਦੇ ਵਿੱਚ ਤਾਂ ਥਾਂ ਥਾਂ ਦੇ ਉੱਤੇ ਸ਼੍ਰੋਮਣੀ ਅਕਾਲੀ ਦਲ, ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ ਆਪਣੇ ਹੱਕ ਦੇ ਵਿੱਚ ਪ੍ਰਚਾਰ ਕਰਨ ਦੇ ਲਈ ਵੱਡੇ ਵੱਡੇ ਬੋਰਡ ਲਗਾ ਰੱਖੇ ਨੇ ਕਿ ਅਸੀਂ ਸਾਰਿਆਂ ਧਰਮਾਂ ਨਾਲ ਸੰਬੰਧਿਤ ਵੇਖੋ ਯਾਦਗਾਰਾਂ ਬਣਵਾ ਦਿੱਤੀਆਂ, ਇਹ ਬੜਾ ਸਾਡਾ ਸੈਕੂਲਰ ਫੈਸਲਾ। ਔਰ ਸੰਵਿਧਾਨ ਦੇ ਸੈਕੂਲਰਿਜ਼ਮ ਦੀ ਵਿਆਖਿਆ ਮੁਤਾਬਕ ਇਹ ਸੈਕੂਲਰ ਫੈਸਲਾ ਨਹੀਂ ਆ, ਇਹ ਧਰਮ ਦੀ ਦੁਰਵਰਤੋਂ ਦਾ ਫੈਸਲਾ ਹੀ ਹੈ। ਚਾਹੇ ਲੋਕਾਂ ਨੂੰ ਧਾਰਮਿਕ ਯਾਤਰਾ ਕਰਵਾਉਣੀ ਤੇ ਚਾਹੇ ਧਾਰਮਿਕ ਯਾਦਗਾਰਾਂ ਸਰਕਾਰ ਦੀ ਪੱਧਰ ਦੇ ਉੱਤੇ ਬਣਾਉਣੀਆਂ। ਮੈਂ ਇਹ ਨਹੀਂ ਕਹਿੰਦਾ ਕਿ ਸ਼੍ਰੋਮਣੀ ਕਮੇਟੀ ਨੂੰ ਧਾਰਮਿਕ ਯਾਦਗਾਰਾਂ ਬਣਾਉਣ ਦਾ ਹੱਕ ਨਹੀਂ, ਮੈਂ ਇਹ ਨਹੀਂ ਕਹਿੰਦਾ ਕਿ ਕਿਸੇ ਮੰਦਿਰ ਕਮੇਟੀ ਨੂੰ ਯਾਦਗਾਰਾਂ ਬਣਾਉਣ ਦਾ ਹੱਕ ਨਹੀਂ, ਪਰ ਸਰਕਾਰੀ ਤੌਰ ਦੇ ਉੱਤੇ ਇਹ ਚੀਜ਼ਾਂ ਜੇ ਬਣਦੀਆਂ ਨੇ ਤਾਂ ਇਹ ਸੱਚਮੁੱਚ ਗੈਰ ਸੰਵਿਧਾਨਕ ਚੀਜ਼ਾਂ ਨੇ ਔਰ ਸੰਵਿਧਾਨ ਦੀ ਮੂਲ ਭਾਵਨਾ ਦੇ ਬਿਲਕੁਲ ਖਿਲਾਫ ਨੇ। ਅਗਲੀ ਗੱਲ ਜਿਹੜੀ ਆਪਾਂ ਚੱਲਦੇ ਚੱਲਦੇ ਅੱਗੇ ਉੱਤੇ ਥੋੜਾ ਜਿਹਾ ਲੰਘ ਆਏ, ਬਸਪਾ ਬਾਰੇ ਗੱਲ ਚੱਲਦੀ ਆਪਾਂ ਵਿੱਚ ਰੁਕ ਗਈ। ਜਿੰਨਾ ਚਿਰ ਤੱਕ ਕਾਂਸ਼ੀ ਰਾਮ ਜੀ ਮੁਲਾਜ਼ਮ ਲਹਿਰ ਦੇ ਨੇਤਾ ਰਹੇ ਉਨੀ ਦੇਰ ਤੱਕ ਉਹਨਾਂ ਦਾ ਸਿੱਧੀ ਜਿਹੜੀ ਅਪੀਲ ਸੀ ਬਾਮ ਸ਼ੇਖ ਦੀ ਸ਼ਕਲ ਦੇ ਵਿੱਚ ਉਹ ਬਹੁਤ ਜ਼ਿਆਦਾ ਦਲਿਤ ਸੈਂਟਰਿਕ ਹੋਇਆ ਕਰਦੀ ਸੀ। ਹੌਲੀ ਹੌਲੀ ਜਦੋਂ ਉਹਨਾਂ ਨੇ DS4 ਵੀ ਬਣਾਈ ਬਸਪਾ ਤੋਂ ਪਹਿਲਾਂ ਤਾਂ ਉਹ ਵੀ ਕਿਸੇ ਹੱਦ ਤੱਕ ਦਲਿਤ ਸੈਂਟਰਿਕ ਸੀ। ਪਰ ਜਦੋਂ ਉਹਨਾਂ ਨੇ ਪਾਰਟੀ ਬਣਾਉਣ ਦੀ ਕੋਸ਼ਿਸ਼ ਕੀਤੀ ਉਦੋਂ ਉਹਨਾਂ ਨੇ ਬਹੁਤ ਸੋਚ ਸਮਝ ਕੇ ਸੰਵਿਧਾਨ ਦੇ ਦਾਇਰੇ ਦੇ ਵਿੱਚ ਆਪਣੇ ਆਪ ਨੂੰ ਰੱਖ ਕੇ SCBC ਪਾਰਟੀ ਬਣਾਉਣ ਦਾ ਯਤਨ ਨਹੀਂ ਕੀਤਾ, ਆਪਣੇ ਆਪ ਨੂੰ ਬਹੁਜਨ ਸਮਾਜ ਬਣਾ ਲਿਆ ਕਿ ਸਾਰੀ ਕਿਸਮ ਦੇ ਜਿਹੜੇ ਜਨ ਨੇ ਉਹਦੇ ਵਿੱਚ ਸ਼ਾਮਲ ਹੋਣਗੇ, ਉਹਦੇ ਚ ਦਲਿਤ ਵੀ ਸ਼ਾਮਲ ਹੋਣਗੇ, ਉਹਦੇ ਚ ਗੈਰ ਦਲਿਤ ਵੀ ਸ਼ਾਮਲ ਹੋਣਗੇ, ਉਹਦੇ ਚ ਘੱਟ ਗਿਣਤੀਆਂ ਵੀ ਸ਼ਾਮਲ ਹੋਣਗੀਆਂ। ਇੱਕ ਚੀਜ਼ ਉਹਨਾਂ ਨੇ ਬਹੁਤ ਕਲੀਅਰ ਰੱਖ ਲਈ ਕਿ ਜਿੰਨੇ ਜਾਣੇ ਅਸੀਂ ਇਕੱਠੇ ਹੋਵਾਂਗੇ, ਜਿਵੇਂ ਕਾਂਸ਼ੀ ਰਾਮ ਕਿਹਾ ਕਰਦੇ ਸੀ ਕਿ ਅਸੀਂ 85% ਹਾਂ ਤੇ ਬ੍ਰਾਹਮਣਵਾਦੀ ਲੋਕ ਦੇਸ਼ ਦੇ ਵਿੱਚ 15% ਨੇ ਤੇ ਅਸੀਂ 85% ਨੇ ਬ੍ਰਾਹਮਣਵਾਦੀ ਜਿਹੜੇ ਨੇ 15% ਉਹਨਾਂ ਦੇ ਖਿਲਾਫ ਸੰਘਰਸ਼ ਕਰਨਾ। ਇਸ ਤਰੀਕੇ ਦੇ ਨਾਲ ਉਹਨਾਂ ਨੇ ਆਪਣੀ ਪਾਰਟੀ ਨੂੰ ਡਿਜ਼ਾਈਨ ਕਰ ਲਿਆ। ਸਵਾਲ ਫਿਰ ਸਤੀਸ਼ ਜੀ ਦੀ ਲਾਈਨ ਚ ਸਤੀਸ਼ ਜੀ ਆਡੀਓ ਲਾਈਨ ਸ਼ਾਇਦ ਕੁਝ ਇਸ਼ੂ ਆ ਰਿਹਾ ਵਾ, ਉਹਨੇ ਜੇ CP ਸਿੰਘ ਜੀ ਤੁਹਾਡੇ ਤੇ ਜਾਣਾ ਚਾਹੂੰਗਾ। ਹਾਂਜੀ ਹਰਪ੍ਰੀਤ ਜੀ, ਮੈਂ ਉਹੀ ਕਹਿ ਰਿਹਾ ਸੀ, ਜਦੋਂ ਅਸੀਂ ਧਾਰਮਿਕ ਸਥਲ ਬਣਾਉਂਦੇ ਆ, ਧਾਰਮਿਕ ਯਾਤਰਾ ਕਰਾਂਗੇ, ਧਾਰਮਿਕ ਏਦਾਂ ਦੇ ਸਮਾਰਕ ਬਣਾਉਂਦੇ ਆ, ਉਦੋਂ ਇੱਕ ਚੀਜ਼ ਜ਼ਰੂਰ ਜ਼ਿਹਨ ਦੇ ਵਿੱਚ ਰੱਖਣੀ ਚਾਹੀਦੀ ਹੈ ਕਿ ਜਿਹੜੀ ਉਹ ਚੀਜ਼ਾਂ ਉਹ ਬਣ ਰਹੀਆਂ ਜਾਂ ਉਹ ਸਮਾਰਕ ਜਿਹੜੇ ਕੰਸਟਰਕਟ ਹੋ ਰਹੇ ਨੇ, ਯਾਤਰਾਵਾਂ ਹੋ ਰਹੀਆਂ, ਉਹਦੇ ਵਿੱਚ ਆਈ ਥਿੰਕ ਜਿਹੜਾ ਪੋਲੀਟੀਕਲ ਪਾਰਟੀ ਜਾਂ ਜਿਹੜੀ ਰੂਲਿੰਗ ਗਵਰਨਮੈਂਟ ਕਹਿ ਲਓ ਜਾਂ ਕੋਈ ਵੀ ਏਦਾਂ ਦੀ ਰਾਜਨੀਤਿਕ ਜਿਹੜੀ ਪਾਰਟੀ ਉਹਦੀ ਸ਼ਮੂਲੀਅਤ ਹੋਣੀ ਉਹ ਕੁਐਸਚਨੇਬਲ ਹੈ। ਜਦੋਂ ਉਹ ਚੀਜ਼ਾਂ ਕੋਈ ਧਾਰਮਿਕ ਜਥੇਬੰਦੀਆਂ ਕ੍ਰੀਏਟ ਕਰਦੀਆਂ, ਹਾਲਾਂਕਿ ਇੰਡੀਆ ਦੇ ਵਿੱਚ ਮੈਨੂੰ ਨਹੀਂ ਪਤਾ ਵਰਲਡ ਦੇ ਵਿੱਚ ਕਿਤੇ ਹੋਰ ਵੀ ਹੋਵੇ, ਇੰਡੀਆ ਦੇ ਵਿੱਚ ਅਸੀਂ ਜੇ ਗੱਲ ਕਰੀਏ ਤਾਂ ਇਹੋ ਜਿਹੀਆਂ ਧਾਰਮਿਕ ਜਥੇਬੰਦੀਆਂ ਦੇ ਉੱਪਰ ਪੋਲੀਟੀਕਲ ਪਾਰਟੀਆਂ ਦਾ ਇੱਕ ਪਾਰਟਿਕੂਲਰ ਜਿਹੜੀਆਂ ਉਸ ਧਰਮ ਨਾਲ ਰਿਲੇਟਡ ਕਹਿ ਲਓ ਜਾਂ ਜਿਹੜੀ ਕਿ ਵੋਟ ਬੈਂਕ ਕੈਪਚਰ ਕਰਨ ਦੀ ਕੋਸ਼ਿਸ਼, ਉਹਨਾਂ ਧਾਰਮਿਕ ਜਥੇਬੰਦੀਆਂ ਦੇ ਉੱਪਰ ਬਹੁਤ ਜ਼ਿਆਦਾ ਇਨਫਲੂਐਂਸ ਰਹਿੰਦਾ ਹੈ। ਪਰ ਜੇ ਅਸੀਂ ਇਸ ਨੂੰ ਡਿਫਰੈਂਟ ਹੋ ਕੇ ਸੋਚੀਏ ਤਾਂ ਜਿਹੜੀਆਂ ਧਾਰਮਿਕ ਜਥੇਬੰਦੀਆਂ ਦੇ ਉੱਪਰ ਏਦਾਂ ਦੀ ਜ਼ਿੰਮੇਵਾਰੀ ਬਣਦੀ ਹੈ, ਜਿਹੜੇ ਕਿ ਤੁਸੀਂ ਦੇਖਿਆ ਹੋਣਾ ਅੱਜ ਕੱਲ੍ਹ ਕਾਫੀ ਪੋਲੀਟੀਕਲ ਪਾਰਟੀਆਂ ਵੱਲੋਂ, ਸ਼੍ਰੋਮਣੀ ਅਕਾਲੀ ਦਲ ਗੱਠਜੋੜ ਵੱਲੋਂ ਜਾਂ ਹੋਰਾਂ ਵੱਲੋਂ ਵੀ ਜਿਹੜੇ ਧਾਰਮਿਕ ਸਥਲਾਂ ਦੀਆਂ ਯਾਤਰਾਵਾਂ ਜਿਹੜੀਆਂ ਉਹ ਸ਼ੁਰੂ ਕੀਤੀਆਂ ਗਈਆਂ, ਉਹ ਇਹਦੇ ਵਿੱਚ ਜਿਹੜੀ ਪੋਲੀਟੀਕਲ ਪਾਰਟੀ ਦੀ ਇਨਵੋਲਵਮੈਂਟ ਆ ਜਾਂਦੀ ਹੈ ਹਰਪ੍ਰੀਤ ਜੀ, ਉਹ ਕੁਐਸਚਨੇਬਲ ਹੋ ਜਾਂਦੀ ਹੈ। ਉਸ ਕੁਐਸਚਨ ਨੂੰ ਹੱਲ ਕਰਨ ਵਾਸਤੇ ਇਹ ਫੈਸਲਾ ਹੋਇਆ। ਲੇਕਿਨ ਇੱਥੇ ਇੱਕ ਕੁਐਸਚਨ ਹੋਰ ਖੜਾ ਹੋ ਜਾਂਦਾ ਹੈ ਕਿ ਜਦੋਂ ਉਹ ਧਾਰਮਿਕ ਜਥੇਬੰਦੀ ਨੂੰ ਅਸੀਂ ਕਹਿੰਦੇ ਹਾਂ ਕਿ ਉਹ ਕਰੇਗੀ, ਧਾਰਮਿਕ ਜਥੇਬੰਦੀ ਧਰਮ ਨੂੰ ਤੁਸੀਂ ਕਹਿ ਲਓ ਕਿ ਪਬਲਿਸਾਈਜ਼ ਕਰਦੀ ਹੈ, ਉਹਨੂੰ ਅਲੱਗ-ਅਲੱਗ ਲੋਕਾਂ ਤੱਕ ਪਹੁੰਚਾਉਂਦੀ ਹੈ ਸੰਦੇਸ਼ ਉਹਨਾਂ ਦੇ, ਉਸ ਧਾਰਮਿਕ ਜਥੇਬੰਦੀ ਤੇ ਉਸ ਪਾਰਟੀ ਦਾ ਕਿੰਨਾ ਇਨਫਲੂਐਂਸ ਹੈ, ਇੱਥੇ ਕੁਐਸਚਨ ਖੜਾ ਹੋ ਜਾਂਦਾ ਹੈ। ਜਦੋਂ ਇਹ ਚੀਜ਼ ਖੜੇ ਹੋ ਜਾਂਦੀ ਹੈ ਉਦੋਂ ਫਿਰ ਉਸ ਫੈਸਲੇ ਤੇ ਥੋੜਾ ਜਿਹਾ
ਥੋੜਾ ਜਿਹਾ ਡਾਊਟ ਥੋੜਾ ਹੋ ਜਾਂਦਾ ਹੈ ਕਿ ਇਸ ਨੂੰ ਕਿੱਦਾਂ ਪੂਰੀ ਤਰ੍ਹਾਂ ਕੋਈ ਵੀ ਜਿਹੜੀ ਹੈਗੀ ਹੈ ਅਥਾਰਟੀ ਹੈ ਉਹ ਇੰਪਲੀਮੈਂਟ ਕਰ ਪਾਏਗੀ ਜਾਂ ਕਰੇਗੀ। ਸੋ ਇਹ ਚੀਜ਼ ਸਾਰੀ ਮਿਲੀ ਜੁਲੀ ਹੈ। ਗੱਲ ਉੱਥੇ ਆ ਜਾਂਦੀ ਹੈ ਕਿ ਜਦੋਂ ਧਾਰਮਿਕ ਜਿਹੜਾ ਹੈਗਾ ਤੁਹਾਡਾ ਪੁਆਇੰਟ ਆਫ ਵਿਊ ਉਹਦੇ ਵਿੱਚ ਇਨਵੋਲਵ ਹੋ ਜਾਂਦਾ ਹੈ, ਪੋਲਿਟਿਕਸ ਦੇ ਵਿੱਚ ਮਿਕਸਅਪ ਉਹਦਾ ਜਦੋਂ ਕ੍ਰੀਏਟ ਹੋ ਜਾਂਦਾ ਹੈ, ਉਦੋਂ ਫਿਰ ਕਿਤੇ ਨਾ ਕਿਤੇ ਵੋਟਾਂ ਦੀ ਰਾਜਨੀਤੀ ਸ਼ੁਰੂ ਹੋ ਜਾਂਦੀ ਹੈ ਧਰਮ ਨੂੰ ਲੈ ਕੇ। ਹੁਣ ਵੀ ਇਹੀ ਕੁਝ ਹੋ ਰਿਹਾ ਹੈ, ਜਦੋਂ ਜਿੰਨੀਆਂ ਯਾਤਰਾਵਾਂ ਹੋ ਰਹੀਆਂ, ਦੇਖੋ ਤੁਸੀਂ ਪਟਨਾ ਸਾਹਿਬ ਨੂੰ ਟ੍ਰੇਨ ਗਈ ਹੈ, ਤੁਸੀਂ ਐਡੇ ਐਡੇ ਵੱਡੇ ਵੱਡੇ ਸਮਾਰਕ ਕ੍ਰੀਏਟ ਕੀਤੇ ਹੈ, ਸਾਰੀ ਦੀ ਸਾਰੀ ਜਿਹੜੀ ਤੁਸੀਂ ਵੋਟਿੰਗ ਜਾਂ ਵੋਟਰਸ ਨੂੰ ਕੈਪਚਰ ਕਰਨ ਵਾਸਤੇ ਇਹ ਚੀਜ਼ਾਂ ਕੀਤੀਆਂ। ਸੋ ਮੈਂ ਤਾਂ ਇਹੀ ਕਹੂੰਗਾ ਕਿ ਇਹਦੀ ਫਿਰ ਇੰਪਲੀਮੈਂਟੇਸ਼ਨ ਦੇ ਵਿੱਚ ਜਿਹੜੀ ਹੈ ਉਹ ਬੜੀ ਟਰਾਂਸਪੇਰੈਂਸੀ ਔਰ ਇਹਨੂੰ ਅਲੱਗ-ਅਲੱਗ ਕਰਨਾ ਪਏਗਾ, ਲੇਕਿਨ ਇਹ ਬਹੁਤ ਹੀ ਜ਼ਿਆਦਾ ਹੱਦ ਵਿੱਚ ਮੁਸ਼ਕਿਲ ਹੈ। ਸਬਦੀਸ਼ ਜੀ ਜੇ ਤੁਹਾਡੀ ਲਾਈਨ ਜੁੜ ਗਈ ਹੋਵੇ। ਹਾਂਜੀ ਹਾਂ ਜੁੜ ਗਈ ਜੀ। ਮੈਂ ਆਕੇ ਜੀ ਇਹੀ ਕਹਿ ਰਿਹਾ ਸੀ, ਮੇਰੀ ਗੱਲ ਮੈਨੂੰ ਧਿਆਨ ਨਹੀਂ ਕਿ ਕਿੱਥੇ ਕੁ ਜਾ ਕੇ ਕੱਟੀ ਗਈ। ਮੈਂ ਇਹ ਕਹਿ ਰਿਹਾ ਸੀ ਕਿ ਜਦੋਂ ਕਾਂਸ਼ੀ ਰਾਮ ਜੀ ਨੇ ਪਾਰਟੀ ਬਣਾਈ, ਪਹਿਲਾਂ ਉਹ ਦਲਿਤ ਅਪੀਲ ਦੇ ਆਧਾਰ ਦੇ ਉੱਤੇ ਉਹਨਾਂ ਨੇ ਨਾਮਬੰਦੀ ਕੀਤੀ ਮੁਲਾਜ਼ਮਾਂ ਦੀ DS4 ਦੀ ਸ਼ਕਲ ਦੇ ਵਿੱਚ। ਜਦੋਂ ਬਸਪਾ ਬਣਾਈ ਗਈ ਤਾਂ ਉਦੋਂ ਆਪਣੇ ਆਪ ਨੂੰ ਬਹੁਤ ਜਨ ਦੇ ਤੌਰ ਦੇ ਉੱਤੇ ਪੇਸ਼ ਕੀਤਾ ਗਿਆ ਕਿ ਇਹਦੇ ਵਿੱਚ ਸਾਰੀ ਕਿਸਮ ਦੇ ਜਨ ਸ਼ਾਮਲ ਹੋਣਗੇ ਤੇ ਜਿਹੜੀ ਉਹ ਵਿਆਖਿਆ ਕਰਿਆ ਕਰਦੇ ਸੀ ਸਾਰੇ ਜਨ ਕੀ ਕਰਨਗੇ, ਉਹਦੇ ਇਹ ਸੀ ਕਿ 85% ਦੀ ਘੱਟ ਗਿਣਤੀਆਂ ਦਲਿਤ ਸ਼ੋਸ਼ਿਤ ਲੋਕ ਹੋਣਗੇ ਤੇ ਜਿਹੜੇ 15% ਬ੍ਰਾਹਮਣਵਾਦੀ ਲੋਕ ਨੇ ਅਸੀਂ ਉਹਨਾਂ ਦੇ ਖਿਲਾਫ ਸੰਘਰਸ਼ ਕਰਾਂਗੇ। ਉਦੋਂ ਬਹੁਤ ਕਲੀਅਰ ਸੀ ਕਿ ਸਾਡੀ ਪਾਰਟੀ ਬ੍ਰਾਹਮਣਵਾਦ ਦੇ ਖਿਲਾਫ ਸੰਘਰਸ਼ ਕਰੇਗੀ। ਇਹਦਾ ਮਤਲਬ ਬ੍ਰਾਹਮਣਵਾਦ ਦਾ ਅਰਥ ਬ੍ਰਾਹਮਣਾਂ ਦੇ ਖਿਲਾਫ ਨਹੀਂ ਮੰਨਿਆ ਜਾਣਾ ਚਾਹੀਦਾ। ਤੇ ਪਰ ਹੁਣ ਜਦੋਂ ਅੱਜ ਵੀ ਅਸੀਂ ਬਸਪਾ ਨੂੰ ਦੇਖਦੇ ਹਾਂ ਤੇ ਮੇਰਾ ਖਿਆਲ ਉਹ ਕਾਂਸ਼ੀ ਰਾਮ ਦੀ ਬਸਪਾ ਨਹੀਂ ਰਹੇਗੀ, ਉਹ ਆਪਣੀ ਕਿਸਮ ਦੀ ਬਸਪਾ ਬਣ ਚੁੱਕੀ ਹੈ। ਉਹ ਹਿੰਦੂਤਵਵਾਦੀ ਭਾਜਪਾ ਦੇ ਨਾਲ ਰਲ ਕੇ ਸਰਕਾਰ ਵੀ ਬਣਾ ਲੈਂਦੀ ਹੈ ਲੋੜ ਪੈਣ ਦੇ ਉੱਤੇ, ਉਹਦੇ ਨਾਲ ਲੜ ਵੀ ਲੈਂਦੀ ਹੈ ਲੋੜ ਪੈਣ ਦੇ ਉੱਤੇ। ਇਹ ਬਥੇਰਾ ਕੁਝ ਚੱਲਦਾ ਪਰ ਮੇਰੇ ਖਿਆਲ ਮੁਤਾਬਕ ਸੌਖਾ ਨਹੀਂ ਆ ਇਸ ਫੈਸਲੇ ਨੂੰ ਪ੍ਰੈਕਟੀਕਲੀ ਲਾਗੂ ਕਰਵਾ ਸਕਣਾ। ਪਰ ਜੇ ਸੁਪਰੀਮ ਕੋਰਟ ਦੇ ਇਸ ਫੈਸਲੇ ਤੇ ਸੁਚੇਤ ਲੋਕ ਲਗਾਤਾਰ ਪਹਿਰੇਦਾਰੀ ਕਰਨ, ਜਿਵੇਂ ਅੱਜ ਦੀ ਤਰੀਕ ਦੇ ਵਿੱਚ ਅਦਾਲਤਾਂ ਥੋੜ੍ਹੀਆਂ ਸਰਗਰਮ ਨੇ, ਤੁਸੀਂ ਪਾ ਸਕਦੇ ਹੋ ਪਟੀਸ਼ਨ, ਪਾ ਸਕਦੇ ਹੋ RTI ਪਾ ਕੇ ਤੁਸੀਂ ਜਵਾਬ ਵੀ ਪੁੱਛ ਸਕਦੇ ਹੋ ਕਿ ਇਸ ਮਾਮਲੇ ਦੇ ਉੱਤੇ ਕਿਉਂ ਨਹੀਂ ਸਰਕਾਰ ਨੇ ਕੋਈ ਕਾਰਵਾਈ ਕੀਤੀ। ਮੰਨ ਲਓ ਕੋਈ ਬੰਦਾ ਏਦਾਂ ਦੇ ਮਾਮਲੇ ਨੂੰ ਲੈ ਕੇ ਕਿਸੇ ਮੁੱਖ ਮੰਤਰੀ ਨੂੰ ਖੱਤ ਲਿਖਦਾ, ਗਵਰਨਰ ਨੂੰ ਖੱਤ ਲਿਖਦਾ, ਤਾਂ ਉਹ ਮੁੜ ਕੇ ਪੁੱਛ ਵੀ ਸਕਦਾ ਵਾ ਕਿ ਮੇਰੇ ਖੱਤ ਦਾ ਜਵਾਬ ਕਿਉਂ ਨਹੀਂ ਦਿੱਤਾ ਗਿਆ। ਏਦਾਂ ਦੀਆਂ ਕੁਝ ਸੰਵਿਧਾਨਕ ਚੀਜ਼ਾਂ ਸਾਡੇ ਹੱਥ ਦੇ ਵਿੱਚ ਜ਼ਰੂਰ ਆਈਆਂ ਨੇ ਜਿਨ੍ਹਾਂ ਨਾਲ ਸੁਚੇਤ ਹਿੱਸਾ ਜਿਹੜਾ ਵੀ ਚਾਹੇ ਤਾਂ ਉਹ ਪਹਿਰੇਦਾਰੀ ਕਰ ਸਕਦਾ। ਪਰ ਸੌਖਾ ਕੰਮ ਫਿਰ ਵੀ ਨਹੀਂ ਹੈ ਕਿਉਂਕਿ ਅਸੀਂ ਕਾਫੀ ਹੱਦ ਤੱਕ ਇੱਕ ਫੀਡਰ ਤੇ ਕਬਾਇਲੀ ਕਿਸਮ ਦੇ ਦੇਸ਼ ਦੇ ਵਿੱਚ ਰਹਿ ਰਹੇ ਹਾਂ, ਜਿੱਥੇ ਨਾਲ ਨਾਲ ਪੂੰਜੀਵਾਦੀ ਕਦਰਾਂ ਕੀਮਤਾਂ ਵਾਲਾ ਲੋਕਤੰਤਰ ਵੀ ਚੱਲ ਰਿਹਾ ਔਰ ਨਾਲ ਨਾਲ ਸਾਡੀਆਂ ਪ੍ਰਾਪਤਤਾ ਵਾਲੀਆਂ ਰਵਾਇਤਾਂ ਵੀ ਚੱਲ ਰਹੀਆਂ ਨੇ, ਕਬਾਇਲੀ ਕਿਸਮ ਦੀਆਂ, ਫਿਊਡਲ ਕਿਸਮ ਦੀਆਂ। ਇਹਨਾਂ ਦੋਨਾਂ ਦਾ ਤਾਲਮੇਲ ਕੋਈ ਬਿਠਾ ਸਕਣਾ ਸੰਭਵ ਨਹੀਂ, ਪਰ ਇਹਨਾਂ ਨੂੰ ਚੈਲੰਜ ਕਰਨਾ ਵੀ ਤੁਹਾਡੇ ਸਿਸਟਮ ਦੇ ਵਿੱਚ ਇੰਨਾ ਆਸਾਨ ਨਹੀਂ। ਮੈਂ ਇਹ ਕਹਿ ਸਕਦਾ ਕਿ ਧਰਮ ਤੇ ਰਾਜਨੀਤੀ ਦਾ ਗੱਠਜੋੜ ਗਲਤ ਹੈ, ਪਰ ਜੇ ਮੈਂ ਇਹ ਕਹਾਂ ਕਿ ਮੇਰੀ ਪੀੜ੍ਹੀ ਦਾ ਸੰਕਲਪ ਗਲਤ ਹੈ ਤਾਂ ਲੋਕੀ ਲਾਜ਼ਮੀ ਤੌਰ ਤੇ ਮੇਰੇ ਖਿਲਾਫ ਹੋਣਗੇ। ਹਾਲਾਂਕਿ ਦੋਨਾਂ ਗੱਲਾਂ ਦੇ ਅਰਥ ਸੇਮ ਨੇ। ਆਈ ਥਿੰਕ ਸਬਦੀਸ਼ ਜੀ ਦੀ ਲਾਈਨ 'ਚ ਇੱਕ ਵਾਰ ਫਿਰ ਤੋਂ ਕੋਈ ਇਸਤੇਮਾਲ ਕਰ ਸਕਦਾ। ਸੌਰੀ ਮੈਨੂੰ ਲੱਗਿਆ ਸ਼ਾਇਦ ਤੁਹਾਡੀ ਆਡੀਓ ਲਾਈਨ 'ਚ ਕੁਝ ਇਸ਼ੂ ਆ ਰਿਹਾ ਵਾ। ਮੇਰੇ ਨਾਲ ਕਾਲਰ ਜੁੜ ਚੁੱਕੇ ਨੇ। ਲਾਸਟ 4 ਨੰਬਰ ਨੇ ਜੀ 3113। ਲਾਸਟ 4 ਨੰਬਰ ਨੇ ਜੀ 3113। ਆਈ ਥਿੰਕ ਸ਼ਾਇਦ ਲਾਈਨ ਡਿਸਕਨੈਕਟ ਹੋ ਗਈ ਆ। ਥੋੜਾ ਜਿਹਾ ਅਸੀਂ ਸ਼ੋਅ ਦਾ ਫਾਰਮੈਟ ਚੇਂਜ ਕੀਤਾ। ਸਾਡੇ ਕੋਲ 3 ਅੱਡ-ਅੱਡ ਟੌਪਿਕ ਅਸੀਂ ਡਿਸਕਸ ਕਰਨਾ ਚਾਹੁੰਦੇ ਹਾਂ। ਇਹਦੇ ਕਾਰਨ ਅਸੀਂ ਪਹਿਲਾ ਸੈਕਸ਼ਨ ਥੋੜਾ ਜਿਹਾ ਛੋਟਾ ਰੱਖਾਂਗੇ ਤੇ ਦੂਜੇ ਸੈਕਸ਼ਨ ਦੇ ਵਿੱਚ ਡਿਬੇਟ ਨੰਬਰ 2 ਦੇ ਵਿੱਚ ਤੁਹਾਡੇ ਨਾਲ ਓਪੀਨੀਅਨ ਪੋਲ ਜੋ ਅਸੀਂ ਇਸ ਵੀਕ ਸਾਂਝੇ ਕੀਤੇ ਸੀ ਕਾਦੀਆਂ ਦੇ, ਤੇ ਨਾਲ ਹੀ ਉਸ ਤੋਂ ਬਾਅਦ ਪੰਜਾਬ ਦੀ ਰਾਜਨੀਤੀ ਡਿਬੇਟ ਨੰਬਰ 3 ਚ ਸਾਂਝੀ ਕਰਾਂਗੇ। ਇੱਥੇ ਅਸੀਂ ਲੈਂਦੇ ਹਾਂ ਛੋਟੀ ਜੀ ਬ੍ਰੇਕ ਤੇ ਬ੍ਰੇਕ ਤੋਂ ਬਾਅਦ ਫਿਰ ਹਾਜ਼ਰ ਹੁੰਦੇ ਹਾਂ।